ਦੁੱਧ ਦੇ ਖਾਲੀ ਨਹੀਂ ਦਿੰਦੇ, ਦੁੱਧ ਵਿੱਚ ਕੇਸੂਆਂ ਦੇ ਫੁੱਲ ਪੈਂਦੇ ਨੇ। ਅੱਛਾ, ਉਹਨਾਂ ਦੀ ਖੁਸ਼ਬੂ ਹੁੰਦੀ ਏ। ਕਬੂਤਰ ਇਕੱਠੇ ਉਡਾਉਣ ਦਾ ਵੀ ਇਹ ਫਨ ਨੇ। ਕਬੂਤਰ ਨੂੰ ਜਦੋਂ ਟਿਕਰੀ ਬਣਾ ਕੇ ਉਡਾਉਣਾ ਹੋਵੇ ਨਾ, ਕਿ ਕਬੂਤਰ ਇਕੱਠੇ ਸਮਾਨ ਚਲੇ ਜਾਣ। ਸਾਡਾ ਜਿਹੜਾ ਦਾਣਾ ਪਾਣੀ ਹੈ ਨਾ, ਇਹਦੇ ਨਾਲ ਕਬੂਤਰ ਇਕੱਠਾ ਨਹੀਂ ਬਹਿੰਦਾ। ਇਹਦੀ ਵੀ ਮੈਂ ਤੁਹਾਨੂੰ ਇੱਕ ਹੁਣੇ ਸਟੋਰੀ ਸੁਣਾਉਣਾ ਵਾ। ਉਹਦੀ ਵਜ੍ਹਾ ਹੈ ਕਿ ਸਾਡੇ ਦਾਣੇ ਪਾਣੀ 'ਚ ਜਿਹੜੀ ਕਸਤੂਰੀ ਹੈ ਨਾ, ਕਸਤੂਰੀ ਕਬੂਤਰ ਨੂੰ ਕਦੀ ਜੋੜਾ ਬਹਿਣ ਹੀ ਨਹੀਂ ਦੇ ਸਕਦੀ। ਅਮੀਰ ਆਜ਼ਮ ਖਾਨ ਦੀ ਛੱਤ ਤੇ ਇੱਕ ਦੋ ਭੈਣਾਂ ਉੱਡੀਆਂ, 21 ਤੇ ਦੁੱਕੀ, ਜਮੀਆਂ ਇਕੱਠੀਆਂ, ਉੜਦੀਆਂ ਇਕੱਠੀਆਂ ਰਹੀਆਂ, ਬਹਿੰਦੀਆਂ ਇਕੱਠੀਆਂ ਸਨ। ਅੱਬੂ ਕਹਿੰਦੇ ਜਦੋਂ ਮੈਂ ਛੇੜਿਆ ਤੇ ਅਮੀਰ ਆਜ਼ਮ ਸਾਹਿਬ ਕਹਿੰਦੇ ਇਕੱਠੀਆਂ ਬੈਠਦੀਆਂ। ਅੱਬੂ ਕਹਿੰਦੇ ਅੱਜ ਇਕੱਠੀਆਂ ਨਹੀਂ ਬਹਿਣਗੀਆਂ, ਅੱਜ ਇਕੱਲੀਆਂ ਇਕੱਲੀਆਂ ਹੋ ਕੇ ਬਹਿਣ। ਕਹਿੰਦੇ ਜਦੋਂ ਆਈਆਂ 3 ਵਜੇ ਪ੍ਰਵਾਜ਼ ਕਰਕੇ ਇਕੱਠੀਆਂ ਆਈਆਂ, ਕਹਿੰਦੇ मैंने उस्ताद आपको कहा नहीं था कि ये इकट्ठी हैं। ਅੱਬੂ ਕਹਿੰਦੇ ਬਹਿ ਤਾਂ ਨਹੀਂ ਗਈਆਂ। ਕਹਿੰਦੇ ਆਖਰੀ ਡੰਡੇ ਤੱਕ ਇਕੱਠੀਆਂ ਆਈਆਂ, ਜੂੰ ਪੁੱਠੇ ਸਿੱਧੇ ਗੇੜੇ ਮਾਰ ਕੇ ਇੱਕ ਬਹਿ ਗਈ, ਇੱਕ ਫੇਰ ਉੱਠ ਕੇ ਸਮਾਂ ਚਲੇ ਗਈ, ਫੇਰ ਅੱਧੇ ਘੰਟੇ ਬਾਅਦ ਬੈਠ। ਇਸ ਦਾਣੇ ਪਾਣੀ ਦੀ ਸਾਡੇ ਦੀ ਸਭ ਤੋਂ ਵੱਡੀ ਖੂਸੀਅਤ ਇਕੱਠਾ ਕਬੂਤਰ ਪੈਣਾ ਤੇ ਇਕੱਠਾ ਭੇਜਣਾ ਹੋਵੇ ਕਬੂਤਰ, ਉਹਦੇ ਵਿੱਚ ਖੁਸ਼ਬੂ ਬਹੁਤ ਜ਼ਰੂਰੀ ਹੈ। ਅੱਛਾ, ਉਹ ਕੇਸੂ ਦੇ ਮੈਂ ਫੁੱਲ ਤੁਹਾਨੂੰ ਦੱਸਣਾ ਨਹੀਂ, ਤੁਸੀਂ ਕੋਈ ਵੀ ਅੱਛਾ ਅਤਰ ਲੈ ਲਓ। ਗਰਮੀ ਵਿੱਚ ਕਬੂਤਰਾਂ ਕੋਲ ਆਉਂਦੀ ਸਮੈਲ, ਅਕਸਰ ਤੁਸੀਂ ਖੁੱਡੇ ਜਾਓ ਸਮੈਲ ਆਉਂਦੀ ਕਬੂਤਰਾਂ ਨੂੰ। ਆ ਵੀ ਬਹੁਤ ਕਬੂਤਰਾਂ ਨੂੰ ਹਲਕਾ ਜਿਹਾ ਰੂਈ ਦੇ ਉੱਤੇ ਅਤਰ ਲਾ ਕੇ ਨਾ, ਮਾੜਾ ਮਾੜਾ ਬਗਲਾਂ ਦੇ ਵਿੱਚ ਲਾ ਦੇ, 5 ਮਿੰਟ ਪਹਿਲਾਂ ਪੱਲੇ ਤੋਂ, ਤੇ ਕਬੂਤਰਾਂ ਨੂੰ ਡਾ ਦਿਓ। ਕਬੂਤਰਾਂ ਦੀ ਗੋਲ ਟਿਕੜੀ ਬਣ ਕੇ ਸਮਾਨ ਜਾਂਗੇ, ਹੋਏ ਗਰਮ ਹੋਣ, ਕਬੂਤਰ ਠੰਡੇ ਨਾ ਹੋਣ। ਇੰਜ ਇੱਕ ਗੇੜੇ 'ਚ ਸਮਾਨ ਬੈਠਣਗੇ ਵੀ ਇਕੱਠੇ ਨਹੀਂ, ਬੈਠਣਗੇ ਨਿਕਲ ਕੇ, ਜੇ ਦਾਣਾ ਪਾਣੀ ਸਾਡੇ ਵਾਲਾ। ਤੇ ਜੇ ਕਿਸੇ ਨੇ ਕੀ ਮੈਡੀਸਨ ਵੀ ਐਸੀਆਂ ਨੇ, ਹੁਣ ਇਕੱਠੇ ਹੀ ਬਹਿ ਜਾਂਦੇ ਨੇ, ਸਾਰਾ ਕੁਝ ਕਰ ਜਾਂਦੇ। ਅੱਛਾ, ਕੇਸੂ ਦੇ ਫੁੱਲ ਪਾਏ ਦੁੱਧ ਦੇ ਵਿੱਚ, ਹਾਂ, ਤੇ ਕਬੂਤਰ ਅਗਲੇ ਦਿਨ ਅਖੀਰ ਨਹੀਂ ਤੇ ਉਹ ਸਟੀਮ ਦਿੱਤੀ ਹੁੰਦੀ, ਭਾਪ ਦਿੱਤੀ ਨਾ ਕੇਸੂਆਂ ਦੇ ਪੁੱਲ ਭਾਪ। ਉਹਦੇ ਉੱਤੇ ਫਿਰ ਬੰਦਾ ਆਪ ਕੱਪੜਾ ਲੈਂਦਾ ਇੱਕ ਕਬੂਤਰ ਨੂੰ ਫੜ ਕੇ, ਤੇ ਉਹ ਭਾਪ ਹਲਕਾ ਹਲਕਾ ਉਹਨੂੰ ਜਿਹੜਾ ਨਾ ਟਕੋਰ ਟੈਪ ਹੋ ਜਾਂਦੀ, ਉਹਨੂੰ ਸਟੀਮ ਹੁੰਦਾ। ਜਿਵੇਂ ਬੰਦਾ ਨਹੀਂ ਚਗੂਜ਼ੀ ਤੇ ਆਪਣਾ ਸੋਨਾ ਬਾਥ ਲੈਣ ਜਾਂਦਾ, ਮਗਰ ਸੇਮ ਇੰਜ ਕਬੂਤਰਾਂ ਕਰਦੇ। ਕਬੂਤਰ ਦੇ ਅੰਦਰ ਜਿਹੜਾ ਨਾ ਸਾਰੀ ਦਰਦਾਂ ਖਿੱਚੀਆਂ ਜਾਂਦੀਆਂ ਨੇ, ਕਬੂਤਰ ਰਿਲੈਕਸ ਹੋ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਕਬੂਤਰ ਫਰੈਸ਼ ਹੋ ਗਿਆ ਤੇ ਉਹਨੇ ਅਗਲੇ ਦਿਨ ਫਿਰ ਕੰਮ ਕਰ ਦੇਣਾ। ਫਿਰ ਅਗਲੇ ਦਿਨ ਕੀ ਬਣਿਆ? ਬਹੁਤ ਕਬੂਤਰ ਰਹਿੰਦੇ ਨੇ ਬਹੁਤ ਛੋਟੇ। ਫਿਰ ਕਹਿੰਦੇ ਨੇ ਤਾਹਰ ਖਾਨ, ਅਮੀਰ ਆਜ਼ਮ ਖਾਨ ਦੇ ਕਜ਼ਨ, ਇਹਦੇ ਕਬੂਤਰ ਸਨ ਫੌਜੀ। ਬਹੁਤ ਅੱਛਾ ਇਨਸਾਨ, ਬੜਾ ਚੰਗਾ, ਬਹੁਤ ਅੱਛਾ, ਮੈਨੂੰ ਬਹੁਤ ਪਸੰਦ ਬੰਦਾ। ਉਹਦੇ ਕੋਲੋਂ ਮੈਂ 17 ਬਰੀਡ ਦੀ ਚੱਲਦੀ ਵੀ ਸਾਡੀ, ਮੈਂ ਉਹਦੇ ਕੋਲ ਮੇਨ ਕਬੂਤਰ ਵੱਡਾ ਲੈ ਕੇ ਆਇਆ। ਅੱਛਾ, ਉਸ ਦੇ ਕਬੂਤਰ ਸਨ ਭੈੜੇ ਪੈ ਗਏ, ਬਾਜ਼ੀਆਂ ਹਾਰਦਾ ਪਿਆ ਸੀ। ਠੀਕ ਹੈ, ਅੱਬੂ ਮੇਰਾ ਖਿਆਲ ਕਿ ਮੇਰਾ ਕਜ਼ਨ ਹੈ ਤੇ ਮਾੜਾ ਥੋੜਾ ਜਿਹਾ, ਤੇ ਇਹਦੇ ਕਬੂਤਰ ਉਡਾ ਦਿਓ ਉਸਤਾਦ ਜੀ। ਅੱਬੂ ਕਹਿੰਦੇ ਮੈਂ ਉਡਾ ਦਾਂਗਾ ਤੇ ਇਹ ਹੋ ਸਕਦਾ ਕੱਪ ਵੀ ਤੇ ਤੁਹਾਡਾ ਵੀ ਜਿਹੜਾ ਹੈ ਨਾ ਜਿੱਤ ਜਾਵੇ। ਅੱਬੂ ਕਹਿੰਦੇ ਆਪਣਾ ਬੰਦਾ ਜਿੱਤ ਜਾਵੇ ਆਪਣਾ ਮੇਰਾ ਤੇ ਕਿਹੜੀ ਗੱਲ ਹੈ। ਅੱਬੂ ਕਹਿੰਦੇ ਮੈਂ ਜਾ ਕੇ ਵੇਖੇ ਤੇ ਕਬੂਤਰ ਇੰਜ ਬੈਠੇ ਇਕੱਠੇ ਹੋ ਕੇ, ਮੱਥਿਆਂ ਤੋਂ ਵਾਲ ਚੁੱਕੇ, ਥਕਾਵਟ 'ਚ, ਫੁੱਲ ਥਕਾਵਟ। ਇਹ ਮੱਥੇ ਤੋਂ ਵਾਲ ਚੁੱਕਦਾ ਕਬੂਤਰ ਠੰਡਾ ਨਹੀਂ ਹੋਇਆ ਹੁੰਦਾ? ਨਹੀਂ, ਥਕਾਵਟ ਦੀ ਨਿਸ਼ਾਨੀ ਜਾਂ ਤਲਖ ਹੋਇਆ ਹੁੰਦਾ? ਥਕਾਵਟ ਦੀ ਨਿਸ਼ਾਨੀ ਮੱਥੇ ਤੋਂ ਵਾਲ ਚੁੱਕਣਾ, ਠੰਡੇ ਗਰਮ ਦਾ ਵੇਟ ਤੋਂ ਪਤਾ ਚੱਲਦਾ। ਅੱਛਾ, ਲਓ ਜੀ, ਕਹਿੰਦੇ ਮੈਂ ਹੱਥ 'ਚ ਫੜ ਕੇ ਉਹਨਾਂ ਨੂੰ ਆਪਣਾ ਰਗੜਿਆ, ਮਲਿਆ, ਕੜਾਕੇ ਛੜਾਕੇ ਕੱਢੇ। ਉਹਨਾਂ ਦੇ ਕਬੂਤਰ ਜਿਹੜੇ ਨੇ ਅੱਧੇ ਘੰਟੇ ਜੋੜ ਤੇ ਹੋਰ, ਮਤਲਬ ਉਹਨਾਂ ਨੂੰ ਥੋੜੀ ਘੁੱਟ ਨੱਪ ਕੀਤੀ, ਤਲੀ ਲਾਈ ਨਾ, ਕਬੂਤਰ ਤਲੀ ਲਾਈ ਦੀ ਹੈ, ਤਲੀ ਲਾਈ, ਲੱਗ ਸ਼ੱਕ ਮਲਿਆ ਉਹਨਾਂ ਨੂੰ। ਕਬੂਤਰ ਥਕਾਵਟ ਨਿਕਲ ਗਈ, ਕਬੂਤਰ ਛੱਡੇ, ਕਬੂਤਰ ਆਪਣਾ ਫਰੈਸ਼ ਹੋ ਗਿਆ, ਉਡਾਏ। ਪਹਿਲਾ ਕਬੂਤਰ 12 ਤੋਂ ਬਾਅਦ ਆਇਆ, 6ਵਾਂ ਕਬੂਤਰ 6:30 ਵਜੇ, ਤੇ 7ਵੀਂ ਕਬੂਤਰ ਇੱਕ ਢਾਂਗਾ ਸਾਹਿਬ ਖਲੋ ਕੇ, ਤੇ ਨਾ ਰਾਤ ਨੂੰ ਬੋਰਡ ਸੀ ਤੇ ਬੋਰਡ ਤੇ ਬਹਿ ਗਏ। ਵਾਹ ਵਾਹ, ਜੇਠ ਵਿੱਚ ਉਸ ਟਾਈਮ ਇੰਨੇ ਕਬੂਤਰ ਹੋ ਗਏ। ਉਹਨੇ ਆਂਦੀ ਦਫਾ ਉੱਥੋਂ ਦੀ ਜੁੱਤੀ ਬੜੀ ਬਿਹਤਰੀਨ ਮਿਲਦੀ, ਮੀਆਂ ਵਾਲੀ ਦੀ, ਵੱਡੀ ਭਾਰੀ ਮੋਤੀਆਂ ਵਾਲੀ, ਉਹ ਗਿਫਟ। ਕੁੱਕੜੀ ਕੁੱਕੜ ਸਲਾਦਾ ਚਾਰਲਸ ਦਾ ਨਾਂ ਹੈ ਕੁੱਕੜ ਦਾ, ਉਹ ਗਿਫਟ। ਤੇ ਨਾਲ ਆਪਣਾ ਜਿਹੜਾ ਡੋਡਾ, ਉੱਥੋਂ ਦੀ ਜਿਹੜੀ ਸੁਗਾਤ, ਡੋਡਾ ਸੋਨ ਹਲਵਾ। ਅੱਛਾ, ਇਹ ਉਹਨਾਂ ਨੇ ਗਿਫਟ ਕੀਤਾ। ਬੜੇ ਮਸੂਰ, ਬੜੇ ਜੀਦਾਰ ਬੰਦੇ ਨੇ, ਉਹਨਾਂ ਨੇ ਬੜੇ ਗਿਫਟ ਕਰਕੇ ਫਿਰ ਭੇਜਿਆ ਉਸਤਾਦ ਜੀ, ਮਜ਼ਾ ਆ ਗਿਆ। ਤੁਸੀਂ ਗਰਮ ਪਾਣੀ ਨਾਲ ਵੀ ਕਰਦੇ ਹੋ, ਮਜੂਨ ਨਾਲ ਵੀ ਕਰਦੇ ਹੋ? ਕੀ ਗਰਮ? ਬੜੀਆਂ ਜੀ, ਗਰਮ ਪਾਣੀ ਨਾਲ ਵੀ ਹੋ ਜਾਂਦੇ ਨੇ, ਮਜੂਨਾ ਨਾਲ ਵੀ ਹੋ ਜਾਂਦੇ ਨੇ, ਖੁਰਾਕ ਨਾਲ ਵੀ ਹੋ ਜਾਂਦੇ ਨੇ। ਅੱਜ ਕੱਲ੍ਹ ਤੇ ਗੋਲੀਆਂ ਵੀ ਬੜੀਆਂ ਆਈਆਂ ਨੇ ਜਿਹੜੀ ਖੁਰਾਕ। ਅੱਛਾ, ਮਲਟੀ ਵਿਟਾਮਿਨਸ ਯੂਜ਼ ਕਰਦੇ ਹੋ? ਸਾਰੇ ਹੀ ਕੀਤੇ ਨੇ, ਤਜਰਬੇ ਮੈਂ ਸਾਰੇ ਕਰਦਾ। ਕੋਈ ਕੰਪਨੀ ਐਸੀ ਨਵੀਂ ਨਹੀਂ, ਵਰਸਾ ਲਾਗਾ, ਰੋਹਨ, ਫਰੈਂਡਸ, ਮਿਡਪੈਟ, ਆਪਣਾ ਦੂਜੇ ਦੀਆਂ ਸਾਰੀਆਂ ਵਰਤੀਆਂ, ਵਰਤ ਕੇ ਛੱਡੀਆਂ ਨੇ ਕਿ ਰੱਖੀਆਂ ਵੀ ਨੇ? ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਦੱਸਣਾ, ਇਹਨਾਂ ਦੀ ਹਰ ਕੰਪਨੀ ਜਿਹੜੀ ਹੈ ਨਾ, ਇਹ ਮੁਕਾਬਲੇ 'ਚ ਆਉਂਦੀ ਦੂਸਰੀ ਕੰਪਨੀ ਦੇ ਕੰਪੀਟੀਸ਼ਨ 'ਚ, ਕਿ ਮੈਂ ਉਹ ਤੋਂ ਚੰਗੀ ਬਣਾਵਾਂ। ਇਹਨਾਂ ਦੀ ਹੁੰਦੀ ਕਿੱਟ, 5-6 ਚੀਜ਼ਾਂ ਇਹਨਾਂ ਦੀ ਆਈਟਮ ਹੁੰਦੀਆਂ ਨੇ। ਰਿਕਵਰੀ, ਬੂਸਟ, ਠੀਕ ਹੈ, ਉਸ ਤੋਂ ਬਾਅਦ ਹਾਜ਼ਮ, ਡਾਈਜੈਸਟ,
ਹਾਜ਼ਮੇ ਵਾਸਤੇ ਤੇ ਨਾਲ ਆਪਣਾ ਬਿਮਾਰੀਆਂ ਵਾਸਤੇ ਇਹਨਾਂ ਲੇਕਿਨ ਹਰ ਕੰਪਨੀ ਦੀ ਹਰ ਚੀਜ਼ ਚੰਗੀ ਨਹੀਂ। ਫਲਾਣੀ ਮਿਡ ਪੈਟ ਦੀ ਫਲਾਣੀ ਚੀਜ਼ ਚੰਗੀ ਏ, ਵਰਸਾਲਾਗਾ ਦੀ ਫਲਾਣੀ, ਇਹ ਬੰਦੇ ਨੂੰ ਆਪ ਕਰਨਾ ਪੈਂਦਾ। ਨਹੀਂ ਤੇ ਤੁਸੀਂ ਇਹ ਕਰ ਰਹੇ ਹੋ ਸਟਿਲ ਕਿ ਛੱਡ ਦਿੱਤੀ? ਨਹੀਂ ਕਰਨਾ ਵਾ ਮੈਂ, ਤਜਰਬੇ ਤੇ ਮੇਰੇ ਰੋਜ਼ ਹੁੰਦੇ ਤੇ ਮੇਰੇ ਕੋਲ ਬੜੀਆਂ ਚੀਜ਼ਾਂ ਨੇ ਇਹ ਕੰਮ ਦੀਆਂ ਜਿਹੜੀਆਂ ਮੇਰੇ ਹੱਥੇ ਲੱਗੀਆਂ ਔਰ ਮੈਂ ਇਸਤੇਮਾਲ ਕਰ ਰਿਹਾ ਹਾਂ। ਇਹ ਠੀਕ ਨੇ ਕਬੂਤਰਬਾਜ਼ੀ 'ਚ? ਹਾਂ ਠੀਕ ਹੈ ਯਾਰ। ਗੱਲ ਪਤਾ ਕੀ ਹੈ, ਜੇ ਤੇ ਤਗੜੇ ਆ ਨਾ ਪੈਸਾ ਪੁੱਜਦਾ ਫੇਰ ਤੇ ਚੀਜ਼ਾਂ ਠੀਕ ਨੇ। ਹੁਣ ਇੱਕ ਬੰਦਾ ਹੀ ਮਾੜਾ ਹੈ, ਮਜ਼ਦੂਰ ਹੈ ਦਿਹਾੜੀ, ਉਹਨੂੰ ਤੇ ਨਹੀਂ ਮੈਂ ਕਹਿ ਸਕਦਾ ਜਾ ਤੂੰ ਜਾ ਕੇ ਵਿਨਿੰਗ ਟੋਨਕ ਲੈ ਆ, ਜਾਂ ਸਪੀਡ ਪਲੱਸ ਲੈ ਆ, ਜਾਂ ਸੈਂਟਰਮ ਸਿਲਵਰ ਲੈ ਆ, ਜਾਂ ਦੂਜੀ ਤੀਜੀ ਲੈ ਆ, ਨਹੀਂ ਕਰ ਸਕਦਾ ਉਹਨੂੰ। ਫਿਰ ਮੈਂ ਉਹ ਕਬੂਤਰਬਾਈ ਕਰਵਾਉਣੀ ਹੈ। ਹੁਣ ਗੋਰਿਆਂ ਨੇ ਵੀ ਇੱਕ ਆਦੀਆਂ ਬਣਾਈਆਂ ਨੇ, ਦੇਸੀ ਚੀਜ਼ਾਂ ਦੀਆਂ ਬਣਾਈਆਂ ਨੇ, ਉਹਨਾਂ ਨੇ ਕੈਮੀਕਲ ਨਹੀਂ ਪਾਏ। ਉਹਨਾਂ ਨੇ ਵੀ ਇਹੀ ਦਾਲਚੀਨੀਆਂ ਤੇ ਇਹੀ ਜੈਫਲ ਜਲਵਤਰੀ ਪਾ ਕੇ ਤੇ ਇਹ ਠੰਡੇ ਗਰਮ ਕੀਤੇ ਨੇ, ਬੂਸਟ ਨੂੰ ਆਪਣਾ ਅੰਗੂਰਾਂ ਦੇ ਇਹਦੇ ਨਾਲ ਕਰਤਾ, ਮਨੱਕਿਆਂ ਦੇ ਨਾਲ ਕਰਕੇ ਤੇ ਇਹ ਚੀਜ਼ਾਂ ਪਾ ਕੇ। ਗੋਰਿਆਂ ਨੇ ਵੀ ਇਨਸਾਨ ਹੀ ਨੇ, ਇਹਨਾਂ ਚੀਜ਼ਾਂ ਦੀ ਬਣਾਈ। ਉਹ ਹੀ ਫਿਰ ਮੈਂ ਉਹਨਾਂ ਦਾ ਮੁਤਬਾਦਲ ਉਹਨਾਂ ਨੂੰ ਇਹ ਕਰਵਾ ਦਿੰਦਾ ਵਾ, ਆਪਣਾ ਸਰਬੈਕਸ ਪਵਾਤੀ ਸੈਂਟਰਮ ਦੀ ਜਗ੍ਹਾ ਤੇ ਇੱਧਰੋਂ ਗਰਮ ਪਾਣੀ ਸ਼ਾਨੀ ਖੁਰਾਕ ਬਣਾ ਕੇ ਮੋਟੀ ਲਾਚੀ ਮੋਚ ਇਹਨਾਂ ਦੇ ਦੇ ਦੂ ਛੱਡੇ। ਹੋਰ ਵੀ ਬੜੀਆਂ ਚੀਜ਼ਾਂ ਨੇ, ਸੋਏ, ਸਫੈਦ ਮਿਰਚਾਂ, ਬੜਾ ਤਗੜਾ ਪਾਣੀ। ਕਬੂਤਰ ਆ ਕੇ ਲੰਮਾ ਪੈ ਗਿਆ, ਆਹੋ ਡਿੱਗ ਗਿਆ, ਪੈਰਾਂ ਤੋਂ ਨਹੀਂ ਉੱਠਦਾ ਪਿਆ, ਕੀ ਕਰਾਂਗੇ? ਬੜੀ ਦਫੈਂਜ ਹੋਇਆ। ਐਰ ਕੀ ਹੋਇਆ, ਮੇਰਾ ਇੱਕ ਸ਼ਾਗਿਰਦ ਕਬੂਤਰ ਲੈ ਕੇ ਆਇਆ, ਕਬੂਤਰ ਲੱਤਾਂ ਤੇ ਖਲੋਵੇ ਹੀ ਨਾ, ਮੋਢੇ ਵੀ ਸੁੱਟੇ ਤੇ ਧੌਣ ਵੀ ਸੁੱਟ ਗਿਆ ਤੇ ਕਹਿੰਦਾ ਉਸਤਾਦ ਜੀ ਬਚਾਓ। ਸਾਰਿਆਂ ਤੋਂ ਪਹਿਲਾਂ ਤੇ ਮੈਂ ਉਹਦਾ ਜਿਹੜਾ ਹਾਜ਼ਮਾ ਠੀਕ ਕੀਤਾ। ਠੀਕ ਹੈ, ਹੋਮਿਓਪੈਥਿਕ ਦੇ ਆਉਂਦੀਆਂ ਨੇ, ਇਹ 90% ਹੁੰਦੀ ਹੈ ਅਲਕੋਹਲ, ਸ਼ਰਾਬ ਹੁੰਦੀ ਹੈ। ਹੋਮਿਓਪੈਥਿਕ ਦੀ ਕੋਈ ਦਵਾ ਹੈ 90% ਅਲਕੋਹਲ ਹੈ। ਇਸ ਮੌਕੇ ਦੇ ਉੱਤੇ ਸਭ ਤੋਂ ਵੱਡਾ ਛੱਕਾ ਇਹ ਹੀ ਮਾਰਦੀ ਹੈ ਹੋਮਿਓਪੈਥਿਕ ਦੀ, ਹੋਰ ਕੋਈ ਦੇਸੀ ਦੂਸੀ ਵੀ ਨਹੀਂ ਮਾਰਦੀ ਜਲਦੀ ਰਿਕਵਰੀ ਦੇ ਵਿੱਚ। ਅੱਛਾ, ਮੈਂ ਆਪਣਾ ਇੱਕ ਕਤਰੇ ਹੁੰਦੇ ਨੇ ਨਕਸ ਵੋਮਿਕਾ, ਇੱਕ ਕੁਚਲਾ ਹੁੰਦਾ, ਕੁਚਲਾ ਮਾਰਿਆ ਹੁੰਦਾ, ਜ਼ਹਿਰ ਹੁੰਦਾ ਕੁਚਲਾ ਜ਼ਹਿਰ ਹੈ ਨਾ, ਉਹਨੂੰ ਮਾਰ ਕੇ ਬਣਾਉਂਦੇ ਨੇ ਨਕਸ ਵੋਮਿਕਾ। ਬੜੇ ਪਾਵਰਫੁਲ ਕਤਰੇ ਹੁੰਦੇ ਨੇ ਨਕਸ ਵੋਮਿਕਾ। ਮੈਂ ਦੱਸ ਦਿੰਦਾ। ਲਓ ਜੀ, ਉਹ ਮੈਂ ਨਾ ਉਹਨੂੰ 2-2 ਕਤਰੇ ਕਰਕੇ ਨਾ 5-5 10-10 ਸੀਸੀ ਪਾਣੀ 'ਚ ਮੈਂ ਦਿੰਦਾ ਰਿਹਾ ਵਾਂ ਕਬੂਤਰ ਨੂੰ। ਕਬੂਤਰ ਬੇਹੋਸ਼ ਉਂਝ ਹੀ ਪਿਆ। ਹੁਣ 2-2 ਕਤਰੇ ਕਰਕੇ ਪਾਣੀ 'ਚ ਦਿੰਦੇ? 10 ਸੀਸੀ ਪਾਣੀ 'ਚ ਮਾਰਦੇ, ਜਦੋਂ ਉਹ ਚਲਾ ਗਿਆ ਵਿਠਾ ਮਾਰਨ ਲੱਗ ਪਿਆ, ਪਿੱਛੋਂ ਫਿਰ 2 ਘੰਟੇ 2 ਬਾਅਦ ਦੇ ਦਿੱਤੇ। ਇੰਝ ਕਰਕੇ ਇਹਦੇ ਤੋਂ ਪਹਿਲੇ ਤੁਸੀਂ ਕੋਈ ਟ੍ਰੀਟਮੈਂਟ ਉਹਦੀ ਕੀਤੀ ਸੀ, ਕੋਈ ਹਾਜ਼ਮੇ ਉਸਮੇ? ਸਿਰਫ ਉਹਨੂੰ ਪਲਟਾਇਆ ਸੀ। ਅੱਛਾ, ਸਿਰਫ ਉਹਨੂੰ ਪਲਟਾਇਆ ਸੀ। ਉਹਦੀ ਜਿਹੜੀ ਕੰਡੀਸ਼ਨ ਸੀ ਨਾ, ਉਹਨੂੰ ਕੋਈ ਦਵਾਈ, ਕੋਈ ਗੋਲੀ, ਕੋਈ ਖੁਰਾਕ ਦਿੰਦਾ ਨਾ ਤੇ ਉਹਨੇ ਮਰ ਜਾਣਾ ਸੀ। ਹਾਂ, ਉਹਦਾ ਇਲਾਜ ਹੀ ਪਾਣੀ ਸੀ, ਤੇ ਪਾਣੀ ਦੇ ਵਿੱਚ ਹੀ ਤੁਸੀਂ ਜਿਹੜੀ ਚੀਜ਼ ਇਸਤੇਮਾਲ ਕਰਨੀ ਸੀ ਨਾ, ਉਹਨੇ ਹੀ ਉਹਨੂੰ ਠੀਕ ਕਰਨਾ। ਨਕਸ ਵੋਮਿਕਾ। ਹਾਂ, ਉਂਝ ਤੇ ਬੜੀਆਂ ਚੀਜ਼ਾਂ ਨੇ, ਇੰਜੈਕਸ਼ਨ ਵੀ ਨੇ, ਸਾਰਾ ਕੁਝ ਹੈ, ਲੇਕਿਨ ਉਹ ਮੌਕਾ ਜਿਹੜਾ ਬਣਿਆ ਸੀ ਉਹਦੇ ਤੇ ਨਕਸ ਵੋਮਿਕਾ ਸਭ ਤੋਂ ਚੰਗੀ ਹੈ। ਉਹਨੂੰ ਮੈਂ ਪਿਆਉਂਦਾ ਰਿਹਾ। ਆਇਆ ਉਹ ਮੇਰੇ ਕੋਲ ਮੁੰਡਾ ਸ਼ਾਮ ਨੂੰ, ਕਬੂਤਰ ਉਂਝ ਹੀ ਪਿਆ। ਜਦੋਂ ਮੈਂ ਵੇਖਿਆ ਨਾ ਪਿੱਛੇ ਵਿਠਾਂ ਦੇ ਢੇਰ ਲੱਗ ਗਏ ਨੇ, ਵਿਠਾ ਮਾਰਨ ਲੱਗ ਪਿਆ। ਮੈਂ ਕਿਹਾ ਹੁਣ ਕਬੂਤਰ ਬੇਹੋਸ਼ੀ ਦੀ ਹਾਲਤ 'ਚ, ਕਿਉਂਕਿ ਸ਼ਰਾਬ 90% ਅਲਕੋਹਲ, ਕਬੂਤਰ ਨਸ਼ੇ 'ਚ ਹੈਗਾ, ਕਬੂਤਰ ਠੀਕ ਹੋ ਜਾਏਗਾ। ਛੱਡ ਕੇ ਚਲਾ ਗਿਆ। ਅਗਲੇ ਦਿਨ ਉਹਨੇ ਮੈਨੂੰ ਭੁੱਲ ਗਿਆ, ਉਹਨੇ ਕਿਹਾ ਉਸਤਾਦ ਨੂੰ ਫੋਨ ਨਾ ਹੀ ਕਰਾਂ ਕਿ ਮੇਰਾ ਮਰ ਗਿਆ ਹੋਏਗਾ, ਜਿਹੜੀ ਉਹਦੀ ਹਾਲਤ ਸੀ। ਕਬੂਤਰ ਅਗਲੇ ਦਿਨ ਇੰਝ ਪੈਰਾਂ ਤੇ ਖਲੋਤਾ। ਓਹੋ, ਮੈਂ ਉਹਨੂੰ ਫੋਨ ਮਾਰਿਆ, ਉਹ ਆਇਆ ਨਹੀਂ ਕਬੂਤਰ ਲੈਣ। ਕਹਿੰਦਾ ਉਸਤਾਦ ਜੀ ਬਚ ਗਿਆ। ਹੈਰਾਨ ਹੋ ਕੇ ਕਹਿੰਦਾ, ਮੈਂ ਕਿਹਾ ਯਾਰ ਅਸੀਂ ਸਾਰੀ ਰਾਤ ਜਾਗਦੇ ਰਹੇ ਉਹਦੇ ਸਿਰ ਤੇ ਤੂੰ ਕਹਿੰਦਾ ਬਚ ਗਿਆ। ਲੈ ਜਾ ਕੇ ਛੱਡਿਆ, ਉੱਠਾ ਪਾ ਠਾ ਕਰੇ ਪਿਆ। ਯਾਰ ਇਹ ਵੀ ਬੜਾ ਵੱਡਾ ਨਸਕਾ ਦੱਸਦਾ। ਅੱਛਾ ਉਸਤਾਦ ਜੀ, ਐਟਮੋਸਫੇਅਰ ਖੁੱਡੇ ਦਾ ਕੀ ਹੋਣਾ ਚਾਹੀਦਾ? ਕਈ ਲੋਕ ਬੜਾ ਢੱਕ ਢੁੱਕ ਕੇ ਰੱਖਦੇ ਨੇ ਕਿ ਇਹ ਮਤਲਬ ਕਿ ਜਗ੍ਹਾ ਯਾਰ ਗੱਲ ਰਵੇ, ਗਰਮ ਰਵੇ, ਬੜਾ ਚੰਗਾ ਸਵਾਲ। ਉੱਡ ਕੇ ਇੰਜ ਸਮਾਨ ਵਾੜੀਏਗਾ, ਇਹਨੂੰ ਬਾਹਰ ਈਜ਼ੀ ਫੀਲ ਕਰੇਗਾ। ਬੜਾ ਚੰਗਾ ਸਵਾਲ ਹੈ। ਇਹ ਕੁਝ ਕਹਿੰਦੇ ਨੇ ਨਹੀਂ, ਨਾਰਮਲ ਵੈਂਟੀਲੇਸ਼ਨ ਵਗੈਰਾ ਹੋਣੀ ਚਾਹੀਦੀ ਹੈ। ਜਿੰਨੇ ਖੁੱਡੇ ਖੁੱਲੇ ਹੁੰਦੇ ਨੇ ਨਾ, ਕਬੂਤਰ ਰਾਤ ਨੂੰ ਹਵਾ ਲੱਗਦੀ ਰਹਿੰਦੀ, ਠੰਡੀ ਹਵਾ ਪੈ ਗਈ, ਹਵਾ ਦਾ ਬੁੱਲਾ ਆ ਗਿਆ। ਹਮੇਸ਼ਾ ਤੁਸੀਂ ਵੇਖੋਗੇ ਕਬੂਤਰ ਜਿਹੜੇ ਨੇ, ਜਿਨ੍ਹਾਂ ਦੇ ਖੁੱਡੇ ਖੁੱਲੇ ਨੇ ਨਾ, ਉਹ ਜਲਦੀ ਸਮਾਨ ਬੰਦ ਨਹੀਂ ਹੋਣਗੇ, ਗਰਾਈ ਵੀ ਨਹੀਂ ਕਰਨਗੇ ਤੇ ਜਲਦੀ ਬਹਿਣਗੇ। ਉਹ ਮੈਂ ਐਸੇ ਵੀ ਉਸਤਾਦ ਵੇਖੇ ਨਾ, ਉਹਨਾਂ ਨੇ ਜੇ ਗਰਮੀ ਬਹੁਤੀ ਪੈ ਰਹੀ ਹੈ, ਉਹਨਾਂ ਨੂੰ ਪਤਾ ਸਵੇਰ ਗਰਮੀ ਬੜੀ, ਉਹਨਾਂ ਨੇ 3-3 ਬਲਬ ਬਾਲਤੇ ਨੇ। ਯਾਰ ਮੇਰੀ ਗੱਲ ਸੁਣ ਨਾ, ਮੈਂ ਤੈਨੂੰ ਜਿਹੜੀ ਗੱਲ ਕਰਨਾ ਖੁੱਡੇ ਦੇ ਵਿੱਚ ਕਬੂਤਰ ਨੂੰ ਜਦੋਂ ਗਰਮੀ ਦੇ ਨਾਲ ਕਬੂਤਰ ਨੂੰ ਕੁਝ ਨਹੀਂ ਹੁੰਦਾ। ਜਦੋਂ ਕਬੂਤਰ ਡਾਉਣਾ ਹੈ ਨਾ, ਖੁੱਡਾ ਬੰਦ ਪੈਕ ਹੋਵੇ, ਉਹ ਚੰਗਾ। ਉਹਦੇ ਨਾਲ ਕਬੂਤਰ ਕੀ ਉੱਠਦੇ ਗਰਾਈ ਕਰ ਜਾਂਦਾ।
ਹਾਂ ਉਹੀ ਤੇ ਮੈਂ ਦੱਸ ਰਿਹਾ, ਐਤਕੀ ਮੇਰੇ ਨਾਲ ਸੀਨ ਹੋਇਆ। ਤੁਹਾਡਾ ਉਸਤਾਦ ਸਾਦਕ ਟੋਕੇ ਵਾਲਾ ਮਰਹੂਮ ਅੱਲਾ ਜਨਰਲ ਸੀਵਰ, ਇਹਦਾ ਕਬੂਤਰ ਚੈੱਕ ਕਰਨ ਦਾ ਕ੍ਰਾਈਟੇਰੀਆ ਪਤਾ ਵਾਲਾ ਮਰਹੂਮ ਅੱਲਾ ਜਨਰਲ ਸੀਵਰ, ਇਹਦਾ ਕਬੂਤਰ ਚੈੱਕ ਕਰਨ ਦਾ ਕ੍ਰਾਈਟੇਰੀਆ ਪਤਾ ਕੀ ਸੀ? ਅੱਜ ਤੱਕ ਹਜੇ ਤੋਂ ਉਹਨਾਂ ਦੇ ਉਸਤਾਦ ਕਿਸੇ ਸ਼ਾਗਿਰਦ ਨੇ ਵੀ ਨਹੀਂ ਦੱਸਿਆ ਹੋਣਾ, ਮੈਨੂੰ ਮੇਰੇ ਵਾਲਾ ਸਾਹਿਬ ਨੇ ਗੱਲ ਦੱਸੀ ਸੀ। ਅਸੀਂ ਗਰਮੀਆਂ ਜਾਂ ਅੰਗੂਰਾਂ ਦੇ ਉੱਤੇ ਗੁੱਥਲੀਆਂ ਚੜਾਉਂਦੇ ਆ ਕਿ ਭੂੰਡਣਾ ਉਹਨਾਂ ਨੂੰ ਕੱਟੇ ਤੇ ਖਾਵੇ ਤੇ ਚਿੜੀਆਂ ਨਾ ਉਹਨਾਂ ਨੂੰ ਪੈਣ। ਹਾਂ ਕਹਿੰਦੇ ਨੇ ਸਾਦਕ ਟੋਕੇ ਵਾਲਾ ਕਬੂਤਰ ਗੁੱਥਲੀ 'ਚ ਪਾ ਕੇ ਟੰਗ ਛੱਡਦਾ ਹੁੰਦਾ ਸੀ ਜੇਠ ਦੇ ਦਿਨਾਂ ਦੇ ਵਿੱਚ, ਤੇ ਸ਼ਾਮੀ ਕੱਢਦਾ ਹੁੰਦਾ ਸੀ ਗੁੱਥਲੀ 'ਚੋਂ, ਜਿਹੜਾ ਬਚ ਗਿਆ ਉਹ ਹੀ ਕਬੂਤਰ ਹੈ, ਜਿਹੜਾ ਮਰ ਗਿਆ ਉਹ ਸੁੱਟ ਦਿੰਦਾ ਹੁੰਦਾ ਸੀ। ਜਿਹੜਾ ਸਖਤ ਜਾਨ ਹੈ ਉਹ ਹੀ ਕਬੂਤਰ, ਮੇਰੀ ਡੰਡਾ ਵੀ ਅੱਗੇ ਚੱਲੇਗਾ, ਇੰਜ ਕਬੂਤਰਾਂ ਨੂੰ ਆਪਣਾ ਕਰਦੇ ਸੀ। ਕਬੂਤਰ ਸੁਣਿਆ ਸ਼ੇਖ ਸਾਦਕ ਟੋਕੇ ਵਾਲੇ ਸਾਹਿਬ ਨੂੰ ਵੇਖ ਕੇ ਡਰ ਜਦੇ ਹੈ। ਨਹੀਂ ਉਹਨਾਂ ਡੰਡਾ ਪਰੇਡ ਕਰਦੇ ਸੀ ਨਾ, ਮੇਨ ਚੀਜ਼ ਤਾਂ ਡੰਡਾ ਹੀ ਹੈ ਨਾ। ਡੰਡਾ ਬੜਾ ਉਹਨਾਂ ਦਾ ਸਖਤ ਸੀ ਯਾਰ ਹੋਣਾ ਵੀ ਇੰਜ ਚਾਹੀਦਾ। ਹੁਣ ਮੈਂ ਬੈਰੀਨ ਨੂੰ ਡਾਉਂਦਾ ਰਿਹਾ, ਜਦੋਂ ਸ਼ੇਖ ਕਬੂਤਰ 200 150 ਕਬੂਤਰ ਨੂੰ ਪੱਲੇ ਤੇ ਪੱਲਾ ਮਰਵਾਉਣਾ ਰੋਜ਼, ਪੱਲੇ ਤੇ ਪੱਲੇ, ਤੇ ਵੱਜਦੇ ਐਂਡ ਤੇ ਕਿੰਨੇ ਹੁੰਦੇ ਹਨ? 20 25। ਪਰ ਉਹ ਬਚਦੇ ਉਹ ਸਨ ਫਿਰ ਜਿਹਨਾਂ ਉਹਨਾਂ ਨੂੰ ਜਿੱਥੇ ਕਹਿਣਾ ਉਹਨਾਂ ਜਿਹੜੇ ਪੂਰੇ ਰਾਠ ਕਬੂਤਰ ਹੁੰਦੇ ਕਹਿਣਾ ਮੰਨਦੇ ਸਨ ਕਬੂਤਰ। ਅੱਛਾ ਇੱਕ ਬੜਾ ਅਹਿਮ ਸਵਾਲ ਹੈ, ਅਕਸਰ ਲੋਕ ਕਹਿੰਦੇ ਨੇ ਕਿ ਕਬੂਤਰ ਨੂੰ ਲਾ ਲਓ ਆਪਣੀ ਦਵਾਈ ਤੇ ਪਾਣੀ ਤੇ ਥੋੜਾ ਥੋੜਾ ਉਹਨੂੰ ਦੇ ਕੇ ਨਾ ਉਹਨੂੰ ਲਾ ਲਓ, ਐਡਜਸਟ ਹੋ ਜਾਏ ਜ਼ਰਾ ਆਪਣੇ ਆਪ ਨੂੰ। ਤੁਹਾਡੀ ਜਿਹੜੀ ਥਿਊਰੀ ਹੈ ਉਹਦੇ 'ਚ ਅਸੀਂ ਵੇਖਿਆ ਕਿ ਤੁਸੀਂ ਸਡਨ ਹੀ ਉਹਨੂੰ ਦਿੰਦੇ ਹੋ। ਯਾਰ ਗੱਲ ਇਹ ਵੇ, ਹੁਣ ਮੇਰੇ ਇੰਨੇ ਸ਼ਾਗਿਰਦ ਨੇ, ਠੀਕ ਹੈ, ਜੇ ਮੈਂ ਤਜਰਬੇ ਹੀ ਕਰਦਾ ਰਹਾਂਗਾ ਤਾਂ ਮੈਂ ਉਸਤਾਦ ਕਾਹਦਾ ਵਾਂ ਜਿਹਨੂੰ ਆਪਣੇ ਨੁਸਖੇ ਤੇ ਹੀ ਨਹੀਂ ਤਬਾਰਦੇ। ਹਾਂ ਇਹ ਤੇ ਉਹ ਕਰਦੇ ਨੇ, ਲਾਉਂਦੇ ਨੇ ਜਿਨ੍ਹਾਂ ਨੂੰ ਉਹ ਆਪਣੇ ਤਬਾਰ ਹੀ ਨਹੀਂ ਹੁੰਦਾ, ਆਪਣੇ ਕਬੂਤਰਾਂ ਤੇ ਜਾਂ ਆਪਣੇ ਨੁਸਖੇ ਦੇ ਉੱਤੇ ਤਬਾਰ ਨਹੀਂ ਹੁੰਦਾ। ਹੁਣ ਮੇਰੇ ਕੋਲ ਜਿਹੜੇ ਕੋਈ ਵੀ ਉਸਤਾਦ ਹੈ ਨਾ, ਕੋਈ ਵੀ ਜਿੱਡਾ ਮਰਜ਼ੀ ਵੱਡਾ ਉਸਤਾਦ ਹੈ, ਉਹਦੇ ਕੋਲ 5-7 ਨੁਸਖੇ ਹੀ ਹੁੰਦੇ ਨੇ ਜਿਹੜੇ 1 ਨੰਬਰ ਹੁੰਦੇ ਨੇ, ਨਾ ਬਾਕੀ ਦਰਮਿਆਨੇ ਗੋਲੀਆਂ ਛੋਲੀਆਂ ਇੱਧਰ ਉੱਧਰ ਕਰਦੇ। ਹੁਣ ਜਿਹੜੇ ਉਹ 5-10 ਨੁਸਖੇ ਹੁੰਦੇ ਨੇ ਨਾ, ਉਹ ਪੂਰੇ ਕੰਫੀਡੈਂਸ ਵਾਲੇ ਹੁੰਦੇ ਨੇ। ਅਗਰ ਉਹ ਸੱਚੀ ਨੀਅਤ ਨਾਲ ਦੱਸੇ ਤੇ ਉਹ ਅੱਖਾਂ ਮੀਟ ਕੇ ਡਾਇਰੈਕਟ ਲਾ ਦਿਓ, ਕੁਛ ਵੀ ਨਹੀਂ ਹੁੰਦਾ, ਕਬੂਤਰ ਉੱਡ ਕੇ ਹੀ ਪੈਂਦੇ ਨੇ। ਮੈਂ ਇੱਥੇ ਯਾਰ ਤੈਨੂੰ ਦੱਸਣ ਦਿਆਂ 90-95% ਮੈਂ ਜਿਹਦੇ ਕਬੂਤਰ ਉਡਾਏ ਨੇ ਉਹਦੇ ਉੱਡੇ ਨੇ ਕਬੂਤਰ, ਜੇ ਸ਼ਾਗਿਰਦ ਦੇ ਵੀ ਉਡਾਏ ਨੇ। ਅੱਛਾ ਮੈਕਸਿਮਮ ਰਿਜ਼ਲਟ ਆਇਆ। ਹਾਂ ਬੜੇ ਬੜੇ ਚੰਗੇ ਕਬੂਤਰ ਉੱਡੇ। ਇੰਡੀਆ ਦੇ ਵਿੱਚ ਸਾਡਾ ਮੁਕਾਬਲਾ ਫਸ ਗਿਆ ਜੇਠ ਦਾ ਫਿਕਸ ਕਬੂਤਰ। ਇਸ ਸਾਲ ਨਹੀਂ, ਪਿੱਛੇ ਜੇ ਅੱਲਾ ਜੰਨਤ ਨਸੀਬ ਕਰੇ, ਉਸਤਾਦ ਸਨ ਬਲੋਚ ਸਨ ਦੁਬਈ ਦੇ, ਅਰਬੀ ਸੀ, ਉਹਨਾਂ ਦੇ ਸ਼ਾਗਿਰਦਾਂ ਦੇ ਨਾਲ ਉਹ ਬੜਾ ਮੁਕਾਬਲਾ ਹੋਇਆ, ਉਹ ਅਸੀਂ ਜਿੱਤਿਆ, ਸਾਰੇ ਜਗ੍ਹਾ ਕੋ ਜਿੱਤਿਆ। ਉਸ ਟਾਈਮ ਸਾਡੀ ਕਬੂਤਰੀ 757 ਤੇ ਵੀ ਬੈਠੀ ਇੰਡੀਆ ਦੇ ਵਿੱਚ। ਤੇ ਐਰਕੀ ਵੀ ਆਪਣਾ ਮਲਕੀਤ ਮੇਰਾ ਸ਼ਾਗਿਰਦ ਜੋ ਕਿੰਨੀ ਦਫਾ ਚੈਂਪੀਅਨ ਹੋਇਆ, ਅੰਮ੍ਰਿਤਸਰ 'ਚ ਹੁੰਦਾ। ਫਿਰ ਮੇਰੇ ਭਾਈ ਦਾ ਸ਼ਾਗਿਰਦ ਦੇ ਉਹ ਉੱਥੇ ਬੜੀ ਦਫਾ ਜਿੱਤਿਆ। ਹਾਂ ਮਨਪ੍ਰੀਤ। ਤੁਹਾਡੇ ਵਾਲਦ ਸਾਹਿਬ ਦੇ ਤਾਲੁਕਾਤ ਕਿਹੜੇ ਲੋਕਾਂ ਨਾਲ ਸੀ? ਉਹਨਾਂ ਦੇ ਵੱਡੇ ਹੀ ਤਾਲੁਕਾਤ ਸੀ ਇੱਥੇ ਲਾਹੌਰ 'ਚ। ਲਾਹੌਰ ਦੇ ਵਿੱਚ ਉਹਨਾਂ ਦੇ ਆਪਣਾ ਬਹੁ ਸ਼ਮਸ ਨਾ ਸੀ। ਹੁਣ ਬਹੁ ਸ਼ਮਸ ਕੁਮਾ ਕਸਾਈ, ਵਾਹ ਠੀਕ ਹੈ। ਉਸ ਤੋਂ ਬਾਅਦ ਉਸਤਾਦ ਫੀਓ, ਫਿਰ ਇੱਕ ਉਸਤਾਦ ਹੁੰਦਾ ਸੀ ਫੈਸਲਾਬਾਦ ਦਾ ਉਸਤਾਦ ਬਹੁ ਬੀਂਡਾ। ਅਬੂ ਕਹਿੰਦੇ ਮੈਂ ਉਸ ਤੋਂ ਚੰਗਾ ਉਸਤਾਦ ਨਹੀਂ ਵੇਖਿਆ ਅੱਛਾ ਕਬੂਤਰ ਉਡਾਉਣ ਦੇ ਵਿੱਚ। ਉਹ ਕਹਿੰਦਾ ਜੋ ਉਹ 2-2.5 ਵਜੇ ਬਾਹਰ ਨਿਕਲਦਾ ਹੁੰਦਾ ਸੀ, ਉਸ ਤੋਂ ਪਹਿਲਾਂ ਬਾਹਰ ਹੀ ਨਹੀਂ ਨਿਕਲਦਾ, ਉਹਨੂੰ ਪਤਾ ਸੀ ਮੇਰੇ ਕਬੂਤਰ ਬਾਅਦ। ਜਾਂ ਉਸਤਾਦ ਕਮਰ ਜ਼ਮਾਨ ਖਾਨ, ਤੇ ਉਸ ਤੋਂ ਪਹਿਲਾਂ ਜਿਹੜਾ ਸੀ ਉਹ ਉਸਤਾਦ ਬਹੁ ਬੀਂਡਾ, ਉਹਦੇ ਢੋਡੂ ਕਬੂਤਰ ਸਨ, ਬੜੇ ਮਸ਼ਹੂਰ ਹੋਏ ਕਬੂਤਰ। ਫਿਰ ਇੱਕ ਉਸਤਾਦ ਹੁੰਦਾ ਸੀ ਭਈਆ, ਉਹ ਕਰਾਚੀ ਚਲਾ ਗਿਆ ਸੀ ਬਾਅਦ ਚੋਂ। ਬਹੁ ਹਸਨ ਕੋਲੋਂ ਜਿਹੜੇ ਨਾਸੀ ਵਾਲੇ ਕਬੂਤਰ ਸਨ ਪੱਠੀਆਂ ਹੀ ਕੱਢਦੇ ਹਾਂ ਜ਼ਿਆਦਾ, ਪੱਠਾ ਕਦੇ ਨਹੀਂ ਕਰਦੇ। ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਕ ਘੁੱਗਾ ਪੱਠਾ ਕੱਢਿਆ, ਉਹ ਮੈਨੂੰ ਅਬੂ ਦੱਸਦੇ ਨੇ ਭਈਆ ਲੈ ਗਿਆ ਸੀ ਕਰਾਚੀ। ਅੱਛਾ। ਤੇ ਬਹੁ ਸਾਹਿਬ ਬਾਅਦ ਚੋਂ ਕਰਾਚੀ ਪਹੁੰਚ ਗਿਆ ਸਾਨੂੰ ਕਬੂਤਰ ਪਿੱਛੇ ਕਿ ਯਾਰ ਦੇ ਦੇ, ਮੇਰੇ ਕੋਲ ਇੱਕ ਹੀ ਪੱਠਾ ਨਿਕਲਿਆ। ਜਦੋਂ ਬਹੁ ਹਸਨ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਸੀ, ਕਬੂਤਰਾਂ ਦੀਆਂ ਦੇਗਾ ਪਕਾਈਆਂ। ਅੱਛਾ ਜੀ, ਕਬੂਤਰਾਂ ਦੀਆਂ ਦੇਗਾ ਪਕਾਈਆਂ ਸੀ, ਬੰਦੇ ਕੋ ਬੁਲਾਏ ਸਾਰੇ ਕਬੂਤਰ ਬਾਏ ਸਰ। ਇੰਨਾ ਵਾਧੂ ਕਬੂਤਰ? ਇੰਨਾ ਕਬੂਤਰ ਹੁੰਦਾ ਸੀ ਉਹਨਾਂ ਕੋਲ। ਅੱਛਾ ਯਾਰ, ਮੈਂ ਉਹਨਾਂ ਦੇ ਕਬੂਤਰ ਉਹਨਾਂ ਕੋ ਘਰ ਨਹੀਂ, ਲੇਕਿਨ ਕਿਸੇ ਦੇ ਘਰ ਸ਼ੌਕ ਕੀਤਾ। ਹਾਂ ਉਹਨਾਂ ਦਾ ਕਲੇਮ ਹੈ ਕਿ ਸਾਡੇ ਕੋਲੋਂ ਬਾਹੂ ਹੋਰਾਂ ਨੂੰ ਗਏ ਸੀ ਕਬੂਤਰ। ਉਹ ਜਿਹੜੇ ਘਰ ਅਸੀਂ ਸ਼ੌਕ ਕੀਤਾ ਨਾ, ਡਾਕਟਰ ਫਰੂਕ ਖਾਨ ਸਾਹਿਬ ਹੈਗੇ ਨੇ, ਉਹਨਾਂ ਦਾ ਕਲੇਮ ਹੈ ਕਿ ਸਾਡੇ ਕੋਲੋਂ ਗਏ ਸੀ। ਉਹਨਾਂ ਕੋਲ ਜਿੰਨਾ ਕੋ ਕਬੂਤਰ ਸੀ, ਕੀ ਪਤਾ ਉਹਨਾਂ ਨੇ ਕਿੱਥੋਂ ਇਕੱਠਾ ਕੀਤਾ। ਤੇ ਉੱਥੇ ਦੀ ਸ਼ੌਕ ਕੀਤਾ ਇਹਨਾਂ ਦੇ ਨਾਸੀ ਵਾਲੇ ਕਬੂਤਰਾਂ ਦਾ।
ਨਾਸੀ ਵਾਲੇ ਕਬੂਤਰਾਂ 'ਚ ਅਕਲ ਬੜੀ ਹੈ ਯਾਰ ਇਹ ਬੜੇ ਵਾਪਸੀ ਨਿੱਗਰ ਬਹੁਤ। ਨਿੱਗਰ ਜਿਸਮਾਂ ਦੇ ਕਬੂਤਰ ਹੈ। ਵੱਡੇ ਸਾਈਜ਼ ਦੇ ਜਾਮ ਨੂੰ ਪੰਜੇ ਦੇ ਲਾਲ ਬੰਦਾਂ ਵਾਲੇ ਕਬੂਤਰ ਹੁੰਦੇ ਨੇ। ਹਾਂ ਲਾਲ ਇਹਨਾਂ ਦੇ ਵਿੱਚ ਕਾਲੇ ਪੱਲੇ ਵੀ ਨਿਕਲਦੇ ਨੇ। ਆ ਬਈ ਕਾਲੇ ਸਲਾਈਆਂ ਹੁੰਦੀਆਂ, ਮਿਸੀਆਂ ਦੁਮਾ। ਹਾਂ ਬਈ ਬੜੇ ਦੂਸਰੇ ਨਿੱਗਰ ਗੂੜੇ ਲਾਲ ਇੰਝ ਮੋਤੀਆਂ ਵਾਲੇ ਟੈਬ ਵੀ ਨਿਕਲਦੀਆਂ ਨੇ, ਮਾਦੀਆਂ ਜ਼ਿਆਦਾ ਮਸਲ ਨਾਲ ਭਰੇ ਹੋਏ ਕਬੂਤਰ ਨੇ। ਆ ਹਲਕੀ ਜੀ ਗੁਲਾਬੀ ਜੀ ਡੋਰਾ ਦਿੰਦੇ ਨੇ, ਮੋਟਾ ਸਿਰ ਹੁੰਦਾ ਹੈ। ਹਾਂ ਇਹਨਾਂ ਦੇ ਵਿੱਚ ਕਾਲਾ ਡੋਰਾ ਵੀ ਆਂਦਾ ਨੂਰ ਦੇ ਪੀਰ ਦਾ। ਹਾਂਜੀ। ਕਬੂਤਰਾਂ ਨੂੰ ਕਿੰਨਿਆਂ ਨੂੰ ਮੰਨੇ ਆ ਪਿੱਪਲਾਂ ਤੋਂ ਇਲਾਵਾ? ਯਾਰ ਇਹ ਕਬੂਤਰ ਪਿੱਪਲਾਂ ਤੋਂ, ਕਿਉਂਕਿ ਤੁਸੀਂ ਯਾਰ ਜ਼ਿਆਦਾ ਮੈਂ ਆਪਣੇ ਸ਼ਾਗਿਰਦਾਂ ਨੂੰ ਵੀ ਇਹ ਗੱਲ ਕਹਿਣਾ ਵਾ, ਬਾਕੀਆਂ ਸਾਰਿਆਂ ਨੂੰ ਕਹਿਣਾ, ਕਬੂਤਰ ਹਰ ਨਸਲ ਦੇ ਵਿੱਚ ਚੰਗੇ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ। ਸਾਰੇ ਪਿੱਪਲਾਂ ਵਾਲੇ ਵੀ ਨਹੀਂ ਚੰਗੇ ਤੇ ਸਾਰੇ ਟੈਡੀ ਵੀ ਨਹੀਂ ਚੰਗੇ। ਮੇਨ ਚੀਜ਼ ਹੈ ਤੁਹਾਡੇ ਕੋਲ ਕਿਹੜਾ ਬਲੱਡ ਤੁਹਾਡੇ ਹੱਥੇ ਚੜ ਗਿਆ, ਪਰਫਾਰਮੈਂਸ। ਹੁਣ ਸਾਡੇ ਕੋਲ ਉੱਡੇ ਨੇ ਆਪਣਾ 11 ਕਬੂਤਰ, 9 ਵੇ ਪਿੱਪਲਾਂ ਵਾਲੇ ਤੇ ਟੈਡੀ ਵੀ ਡਾਲਾ, ਸਾਡੇ ਕੋਲ ਟੈਡੀ 2 ਜੋੜੇ ਨੇ ਤੇ ਟੈਡੀ ਵੀ 1-2 ਉੱਡਦੇ ਰਹੇ ਨੇ। ਹੁਣ ਅਸੀਂ ਕੀ ਕਹੀਏ ਕਿ ਟੈਡੀ ਨਹੀਂ ਚੰਗੇ? ਟੈਡੀ ਵੀ ਚੰਗੇ ਨੇ। ਗੋਲਡਨ ਵੀ ਬੜੇ ਚੰਗੇ ਨੇ। ਗਲਫ 'ਚ ਜ਼ਿਆਦਾ ਉੱਡੇ ਟੈਡੀ ਦੇ। ਗੋਲਡਨ ਟੈਡੀ ਉਧਰ ਜ਼ਿਆਦਾ ਇਹਨਾਂ ਦੇ ਰੁਝਾਨ। ਟੈਡੀਆਂ ਦਾ ਤਾਂ ਬਹੁਤ ਹੀ ਰੁਝਾਨ। ਗੋਲਡਨ ਟੈਡੀਆਂ ਉੱਥੇ ਬਹੁਤ ਜ਼ਿਆਦਾ ਨੇ। ਮੇਰਾ ਆਪਣਾ ਹੁਣ ਇੱਕ ਸ਼ਾਗਿਰਦ ਹੋਇਆ ਦੀਨੇ ਚ ਜ਼ੇਬੀ, ਉਹਦਾ ਵਲੀਦ ਉਹਦਾ ਜਿਹੜਾ ਨਾ ਮਾਮਾ ਹੈ ਤੇ ਯੂਕੇ ਹੁੰਦਾ ਹੈ। ਇਹ ਹੁਣ ਮੈਂ ਪਿੱਛੇ ਉਹਦੇ ਕਬੂਤਰ ਵੇਖਿਆ, ਮੈਂ ਕਹਿੰਦਾ ਇਹੋ ਜਿਹਾ ਟੈਡੀ ਕਬੂਤਰ ਨਾਲ ਦੇਖੇ। ਉਸਨੇ ਉਥੋਂ ਅਹਿਮਦ ਗੰਬਰ ਤੋਂ ਕਬੂਤਰ ਖਰੀਦੇ 88 ਨੰਬਰ 'ਚ ਹੈ। ਬੜਾ ਮਹਿੰਗਾ ਕਬੂਤਰ, ਉਹ ਐਡਾ ਕੁਆਲਿਟੀ ਦਾ ਕਬੂਤਰ ਕਿ ਮੈਂ ਕਹਿੰਦਾ ਉਹ ਇਹੋ ਜਿਹੇ ਅੱਜ ਕੱਲ੍ਹ ਨਜ਼ਰ ਹੀ ਨਹੀਂ ਆਉਂਦੇ। ਮੀਆਂ ਨਜ਼ੀਰ ਵਾਲੇ ਕੋਲ ਐਸੇ ਕਬੂਤਰ ਪਏ ਨੇ ਕਿ ਜਿਹੜੇ ਹੁਣ ਵੇਖਣ ਨੂੰ ਵੀ ਨਹੀਂ ਲੱਭਦੇ। ਜੋੜਿਆਂ ਦੀ ਕਬੂਤਰਬਾਜ਼ੀ ਕਰਦੇ ਹੋ? ਮੈਂ ਆਲਰਾਊਂਡਰ, ਹਰ ਕੁਝ ਕਰਨਾ। ਮੈਂ ਬਿਮਾਰੀਆਂ ਦਾ ਵੀ ਸਿੱਖਿਆ ਵਾਂ। ਅੱਛਾ। ਕਬੂਤਰ ਨੂੰ ਕਿਹੜੀ ਬਿਮਾਰੀ ਹੈ ਤੇ ਕੀ ਟ੍ਰੀਟਮੈਂਟ ਹੈ। ਕਬੂਤਰ ਜੋੜੇ ਲਾਉਣੇ ਵੀ ਸੀ ਤੇ ਉਡਾਉਣੇ ਵੀ। ਇੱਕ ਮੈਂ ਇਹ ਨਹੀਂ ਕੀਤਾ ਕਿ ਭਈ ਇਹ ਮੇਰਾ ਸ਼ੋਭਾ ਖਾਲੀ ਉਡਾਉਣ ਹੁੰਦਾ ਨਾ, ਸਵਾਦ ਨਹੀਂ ਆਇਆ। ਮੈਂ ਜੋੜਿਆਂ ਬਾਹਰ ਵੀ ਵਾਲੇ ਰਿਹਾ ਦੀ ਵਾਂ, ਬਿਮਾਰੀਆਂ ਵਾਲੇ ਹਰ ਪਾਸੇ ਮੈਂ ਇੰਟਰਸਟ ਦੀ ਗੱਲ ਹੈ ਨਾ। ਮੇਰੀ ਕਬੂਤਰਬਾਜ਼ੀ ਦਾ ਜਨੂਨ ਇਹ ਸੀ, ਜਦੋਂ ਮੈਂ ਕਰਦਾ ਹਾਂ ਕਬੂਤਰ ਤੇ ਦੁਪਹਿਰ ਜੇਠ ਦੀ ਸ਼ਕਲ ਦੁਪਹਿਰ 2 ਵਜੇ ਨੇ ਨਾ, ਤੇ ਮੈਂ ਜੋੜਿਆਂ ਵਾਲੇ ਖੁੱਡੇ 'ਚ ਵੜਿਆ ਆਵਾਂ ਤੇ ਮੈਕਰਾਂ 'ਚ ਜਿਹੜੇ ਨਰ ਕੱਢ ਕੇ ਬਾਹਰ ਛੱਡਦਾ ਹੁੰਦਾ ਹਾਂ, ਠਾਪਾ ਠੁਪਾ ਮਾਰ ਲੈਣ, ਜ਼ਰਾ ਮਸਤੀ ਕਰ ਲੈਣ। ਤੇ ਮੈਨੂੰ ਕਈ ਦਫਾ ਝਿੜਕਾ ਪੈਣੇ, ਤੂੰ ਇੰਨੀ ਗਰਮੀ ਦੇ ਵਿੱਚ ਕੀ ਕਰ। ਜੋੜਿਆਂ ਦੀ ਕਬੂਤਰਬਾਜ਼ੀ, ਜੋੜਾ ਲਾਉਣ ਦੇ ਵਿੱਚ ਕੀ ਫਨ ਹੈ, ਕੀ ਮਾਦੀ, ਕੀ ਨਰ? ਬੜੇ ਸਵਾਲ ਅਸੀਂ ਪੁੱਛ ਲਿੱਤੇ ਨੇ। ਬੜਾ ਹੱਡੀ ਜੋੜ ਲੋਕਾਂ ਨੇ ਦੱਸਿਆ, ਪਰ ਕੁੰਦਾ, ਸਿਰ, ਅੱਖ। ਕੋਈ ਐਸੀ ਗੱਲ ਦੱਸੋ ਜਿਹੜੀ ਅੱਜ ਤੋਂ ਪਹਿਲੇ ਕਿਸੇ ਨੇ ਨਾ ਦੱਸੀ ਹੋਵੇ। ਕਬੂਤਰ ਸਭ ਤੋਂ ਪਹਿਲਾਂ ਚੰਗਾ, ਮੈਂ ਤੁਹਾਨੂੰ ਇੱਕ ਮੇਰੇ ਨਾਲ 5-7 ਦਫਾ ਐਸੇ ਵਾਕਈ ਹੋਏ ਨੇ ਕਿ ਬੰਦੇ ਮੈਨੂੰ ਲੈ ਕੇ ਗਏ ਨੇ ਕਬੂਤਰ ਵਿਖਾਉਣ ਵਾਸਤੇ, ਠੀਕ ਹੈ। ਤੇ ਜਦੋਂ ਮੈਂ ਚੰਗਾ ਕਬੂਤਰ ਨੂੰ ਹੱਥ ਪਾਇਆ ਨਾ ਤੇ ਹਿੱਲ ਗਏ ਨੇ। ਮਸਲਨ ਬੈਠੇ ਕਬੂਤਰ ਦਾ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਕਿੱਡਾ ਕੁ ਚੰਗਾ ਕਬੂਤਰ ਹੈਗਾ, ਠੀਕ ਹੈ। ਮੇਰੇ ਭਾਈਏ ਦੇ ਦੋਸਤ ਇੱਥੇ ਨੰਬਰਦਾਰ ਲਾਹੌਰ ਦੇ ਵਿੱਚ ਹੀ ਪਰਾਂ ਕਿਤੇ ਇੱਧਰ ਬਾਰਡਰ ਵਾਲੇ ਪਾਸੇ ਰਹਿੰਦਾ ਸੀ। ਉਹਨੇ ਪਤਾ ਲੱਗਾ ਬਾਹਰੋਂ ਆਇਆ ਹੈ ਤੇ ਰੋਜ਼ ਆਓ ਜੀ ਆਓ ਕਬੂਤਰ ਵੇਖੋ ਆਏ। ਮੈਂ ਕਿਹਾ ਯਾਰ ਕੀ ਵੇਖਣੇ ਨੇ, ਦਿਲ ਭਰਿਆ। ਕਹਿੰਦੇ ਨਹੀਂ ਆਓ ਕਬੂਤਰ ਦਾ ਸ਼ੌਕ ਕਰੋ। ਮੈਂ ਕਿਹਾ ਕਾਸ਼ੀ ਮੈਂ ਤੇਰੇ ਯਾਰ ਨੂੰ ਚੈੱਕ ਕਰਾਂ? ਕਹਿੰਦਾ ਕਰ ਲੈ। ਮੈਂ ਕਿਹਾ ਮੈਂ ਇੱਕ ਕਬੂਤਰ ਫੜਾਂਗਾ, ਇਹਨੇ ਦੇਣਾ ਕੋਈ ਨਹੀਂ। ਕਹਿੰਦਾ ਠੀਕ ਹੈ। ਉੱਡਣ ਵਾਲੇ ਕਬੂਤਰ ਇਹਨੇ ਆਪਣੇ ਯਾਰ ਨੂੰ ਦੱਸਤਾ, ਮੇਰਾ ਭਾਈਆ ਕਹਿੰਦਾ ਮੈਂ ਇੱਕ ਕਬੂਤਰ ਕੱਢਾਂਗਾ ਤੂੰ ਨਹੀਂ ਦੇਂਗਾ। ਉਹ ਕਹਿੰਦਾ ਯਾਰ ਇਹ ਕਿਹੜੀ ਗੱਲ। ਗਏ ਉਹਦੇ ਡੇਰੇ ਅੱਗੇ ਮੋਰ ਬਾਂਦਰ ਆ, ਬੜਾ VIP ਡੇਰਾ। ਮੈਨੂੰ ਕਵੇ ਜਾਓ ਉੱਥੋਂ ਉਸਤਾਦ ਜੀ ਆਪਣੀ ਮਰਜ਼ੀ ਦਾ ਕਬੂਤਰ ਕੱਢੋ। ਮੈਂ ਮਜ਼ਾਕ ਲਗਾ, ਮੈਂ ਕਬੂਤਰ ਕੀ ਕਰਨੇ ਨੇ, ਮੈਂ ਤਾਂ ਬਾਹਰ ਆ। ਨਹੀਂ ਹੁਣ ਤੁਸੀਂ ਲੈ ਕੇ ਜਾਣਾ। ਖੜੇ ਪੈ ਗਿਆ। ਜਾ ਕੇ ਮੈਂ ਕਬੂਤਰ ਕੱਢਿਆ। ਕਬੂਤਰ ਕੱਢ ਕੇ ਆਇਆ ਤੇ ਮੇਰਾ ਖਿਆਲ ਮੈਂ 10 ਫੁੱਟ ਦੂਰ ਹੋਵਾਂਗਾ। ਮੈਂ ਜੇ ਕੀਤਾ ਤੇ ਉੱਥੇ ਹੀ ਆਪਣੇ ਮਾਹੌਲ ਨੂੰ, ਯਾਰ ਹੈ ਉਹ ਕਬੂਤਰ ਤੇ ਨਹੀਂ ਜਿਹੜਾ ਸਾਡਾ 5 ਸਾਲ ਤੋਂ ਉੱਡਦਾ ਪਿਆ। ਉਸਤਾਦ ਜੀ ਮਾਨੀ ਗੱਲ, ਕੁਰਾਨੀ ਗੱਲ, ਇਹ ਉਹੀ ਕਬੂਤਰ ਜੇ ਜਿਹੜਾ ਸਾਡਾ ਹੀ ਨਹੀਂ ਨਾਂ ਕੱਢਿਆ ਅਜੇ ਇਲਾਕੇ ਵਿੱਚ। ਹੋਰ ਜਿਹੜਾ ਮਰਜ਼ੀ ਫੜ ਲਵੋ, ਇਹ ਰਹਿਣ ਦਿਓ। ਤੁਸੀਂ ਆਪਣੇ ਭਰਾ ਵੇਖ ਕੇ ਹੱਸੇ ਦੇ। ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਸੁਣਾ ਤੈਨੂੰ। ਮੈਂ ਕਿਹਾ ਨਹੀਂ, ਪਰ ਇੰਝ ਮੈਂ ਨਾ ਕਈ ਦਫਾ ਇੰਝ ਬਾਕੀ ਹੋਏ ਨੇ। ਕੀ ਚੀਜ਼ਾਂ ਨੇ ਐਸੀਆਂ, ਕੀ ਨਿਸ਼ਾਨੀਆਂ ਨੇ ਜਿਹੜੇ ਉੱਡੇ ਉੱਡਾਏ? ਇੱਕ ਬੰਦੇ ਨੇ ਇਨਾਮ ਰੱਖਿਆ 50,000। ਉਹਨੇ ਇੱਕ ਗਰੁੱਪ 'ਚ ਚੈਲੰਜ ਕੀਤਾ ਉਸਤਾਦਾਂ ਨੂੰ, ਅੱਜ ਤੋਂ ਬਾਅਦ ਪੁਰਾਣੀ ਗੱਲ ਹੈ, ਠੀਕ ਹੈ। 50,000 ਉਹਨੇ ਕਿਹਾ ਕੋਈ ਉਸਤਾਦ ਐਸੀ ਗੱਲ ਦੱਸ ਦੇਵੇ ਕਿ ਜਿਹੜੀ ਕਬੂਤਰ ਵਿੱਚ ਜਾ ਕੇ ਵੇਖੀਏ ਤੇ ਉਹ ਕਬੂਤਰ ਪੂਰਾ ਕੰਪਲੀਟ ਕਬੂਤਰ ਹੋਵੇ। ਕੋਈ ਇੱਕ ਪੁਆਇੰਟ ਐਸਾ ਦੱਸ ਦੇਵੇ, ਇੱਕ ਪੁਆਇੰਟ। ਤੇ ਕਿਸੇ ਉਸਤਾਦ ਨੇ ਨਹੀਂ ਸੀ ਦੱਸਿਆ। ਉਹ ਇੱਕ ਦਿਨ ਕੋਈ ਰੱਬੋਂ ਹੀ ਕੋਈ ਸਾਲ 2 ਬਾਅਦ ਉਹ ਸਵਾਲ
ਮੈਂ ਵੀ ਉਸ ਗਰੁੱਪ 'ਚ ਗਿਆ, ਮੇਰੇ ਅੱਗੇ ਵੀ ਆਇਆ, ਮੈਂ ਕਿਹਾ ਮੈਂ ਦੱਸ ਦੇਣਾ ਵਾ, ਮੈਂ ਗਰੁੱਪ 'ਚ ਹੀ ਦੱਸਿਆ, ਮੈਂ ਇੱਥੇ ਵੀ ਦੱਸ ਦੇਣਾ। ਤੇ ਮੈਨੂੰ ਉਹਨਾਂ ਨੇ ਆਪ ਆਪਣੇ ਮੂੰਹ ਉੱਥੇ ਗਰੁੱਪ 'ਚ ਕਿਹਾ ਕਿ ਉਸਤਾਦ ਜੀ ਅਗਰ ਮੈਂ ਹੁਣ 50,000 ਰੱਖੇ ਹੁੰਦੇ ਤਾਂ ਤੁਸੀਂ ਜਿੱਤ ਗਏ ਸੀ। ਮੈਂ ਆਪਣੇ ਉੱਡੇ ਜਿੰਨੇ ਚੈਂਪੀਅਨ ਕਬੂਤਰ ਹੈਗੇ ਉਹਨਾਂ 'ਚ ਕੁਆਲਿਟੀ ਕਬੂਤਰ, ਮੈਂ ਆਪਣੇ ਉੱਡੇ ਜਿੰਨੇ ਚੈਂਪੀਅਨ ਕਬੂਤਰ ਹੈਗੇ ਉਹਨਾਂ 'ਚ ਕੁਆਲਿਟੀ ਕਬੂਤਰ ਜਦੋਂ ਬੈਠਾ ਹੋਏਗਾ ਨਾ, ਫਿਰਦਾ ਤੁਰਦਾ ਕਬੂਤਰ ਹੋਏਗਾ, ਕਬੂਤਰ ਦੇ ਪਿੱਛੇ ਇੰਜ ਕੈਂਚੀ ਵੱਜੀ ਹੋਏਗੀ ਕਿਸ ਚੀਜ਼ ਦੀ? ਪਰਾਂ ਦੀ। ਪਰ ਦੀ ਕੈਂਚੀ ਜਿੰਨੀ ਜ਼ਿਆਦਾ ਹੋਏਗੀ ਉਨਾ ਹੀ ਉਹ ਕਬੂਤਰ ਲੰਮੀ ਪ੍ਰਵਾਜ਼ ਦਾ ਘੋੜਾ ਹੋਏਗਾ। ਵਾਹ 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 ਵਾਹ। ਜਿਸ ਕਬੂਤਰ ਦੀ ਜਿੰਨੀ ਕੈਂਚੀ ਘਟਦੀ ਜਾਏਗੀ ਪਰ ਛੋਟਾ ਉਨੀ ਪ੍ਰਵਾਜ਼ ਘਟਾਉਂਦਾ ਜਾਏਗਾ। ਲੇਕਿਨ ਇਹ ਕਬੂਤਰ ਉਹ ਹੀ ਹੁੰਦੇ ਨੇ ਜਿਹੜੇ ਤੁਸੀਂ ਆਪਣੇ ਬਾਜ਼ੀਆਂ ਵਾਲੇ ਜਾ ਕੇ ਵੇਖ ਲਓ, ਗਿਣਤੀ ਦੇ ਕਬੂਤਰ ਹੁੰਦੇ ਨੇ। ਹਰ ਕਬੂਤਰ ਕੈਂਚੀ ਨਹੀਂ ਮਾਰ, ਦਾਣਾ ਖਾਂਦਿਆਂ ਹਰ ਕਬੂਤਰ ਜੇ ਧੌਣ ਥੱਲੇ ਕਰੇਗਾ ਮਾਰੇਗਾ। ਖਲੋਤੇ ਕਬੂਤਰ ਦੀ, ਫਿਰਦੇ ਤੁਰਦੇ ਕਬੂਤਰ ਦੀ ਕੈਂਚੀ ਬਹੁਤ ਜ਼ਰੂਰ, ਅੱਖਾਂ ਮੀਟ ਕੇ ਤੇ ਦੜਬੀ 'ਚ ਵੀ ਕਬੂਤਰ ਫੜ ਲਓ ਉੱਡੇਗਾ ਜ਼ਰੂਰ ਜਿਸ ਕਬੂਤਰ ਦੀ ਆ ਕੈਂਚੀ। ਜੋੜੇ ਵੀ ਇਸ ਤਰ੍ਹਾਂ ਹੀ ਲਾਉਂਦੇ ਹੋ ਨਾ ਜੋੜੇ ਮੈਂ ਪਰ ਬਰੀਕ ਚੌੜਾ, ਅਗਰ ਬਰੀਡਰ ਉੱਡਣ ਵਾਲੇ ਬਣਾਉਣੇ ਨੇ ਤੇ ਪਤਲਾ ਬਰੀਕ ਇੱਕ ਰੱਖਣਾ ਹੈ, ਠੀਕ ਹੈ। ਤੀਲੀ ਦਾ ਰੰਗ, ਜੇਠ ਵਾਲੇ ਕਬੂਤਰ ਦੀ ਤੀਲੀ ਕਦੀ ਚਿੱਟੀ ਨਹੀਂ ਹੋਏਗੀ। ਅੱਛਾ, ਸਲੇਟੀ ਹੋਏਗੀ, ਕਰੀਮ ਕਲਰ ਦੀ, ਅੱਛਾ ਕਰੀਮ ਜਿਵੇਂ ਦੇਸੀ ਘਿਓ ਦਾ ਰੰਗ ਹੈ, ਠੀਕ ਹੈ। ਸਿੱਧੇ ਪੱਲੇ ਦੇ ਉਠਾਈ ਨਹੀਂ ਹੋਏਗੀ, ਪੱਲੇ ਦਾ ਡਾਊਨ ਪੱਲਾ ਹੋਏਗਾ। ਹਾਂ ਇਹ ਤੇ ਪੁਆਇੰਟ ਹੈਗਾ। ਕਿਉਂਕਿ ਉਹਨੇ ਜਦੋਂ ਫਲਿੱਪ ਕਰਨਾ ਉਹਦੇ ਪੱਲੇ ਚੁੱਕੇਗਾ, ਭਾਵੇਂ ਹੱਡੀ ਜਿੱਡੀ ਮਰਜ਼ੀ ਚੰਗੀ ਹੋਵੇ, ਅੱਖ ਚੰਗੀ ਹੋਵੇ, ਦਾ ਪਰ ਹੀ ਨਹੀਂ ਸਾਥ ਦੇ ਰਿਹਾ, ਤਾਂ ਉਹਨੇ ਕਿੱਥੋਂ ਉੱਡਣਾ, ਜ਼ੋਰ ਉਹਦਾ ਜ਼ਿਆਦਾ ਲੱਗੇਗਾ। ਫਿਰ ਉਹਨਾਂ ਦੇ ਅੱਖਾਂ ਇੱਕ ਕਬੂਤਰ ਨਰ ਜਾਂ ਮਾਦੀ ਦੇ ਇੱਕ ਦੇ ਵਿੱਚ ਚਿੱਟੀ ਅੱਖ, ਹੈਲਥ ਰਿੰਗ ਤੋਂ ਲੈ ਕੇ ਨੂਰ ਤੱਕ ਆਪਣਾ ਜ਼ਰਾਤ ਹੋਣੇ ਬਹੁਤ ਜ਼ਰੂਰੀ ਹੈ। ਭਰੀ ਅੱਖ ਹੋਣੀ ਚਾਹੀਦੀ, ਥੱਲੇ ਬੈਕਗਰਾਉਂਡ ਨਜ਼ਰ ਨਹੀਂ ਆਉਣਾ ਚਾਹੀਦਾ, ਜ਼ਮੀਨ ਨਜ਼ਰ ਨਹੀਂ ਆਉਣੀ ਚਾਹੀਦੀ, ਮਾਦੀ ਜਾਂ ਨਰ ਦੇ ਭਾਵੇਂ ਮਾਦੀ ਹੋਵੇ ਭਾਵੇਂ ਨਰ। ਵਿੱਚ ਜ਼ਰੇ ਹੀ ਹੋਣੇ ਚਾਹੀਦੇ ਨੇ, ਜ਼ਰੇ ਹੋਣ, ਭਰਵੇਂ ਹੋਣ, ਜਿਵੇਂ ਸਿਮਟ ਦੇ ਦਰਾੜਾਂ ਆਉਂਦੀਆਂ ਨੇ ਨਾ, ਜਿਵੇਂ ਫਿਰੋਜ਼ਪੁਰੀ ਕਬੂਤਰ ਨੇ। ਹਾਂ, ਦਰਾੜਾਂ ਹੋਣੀਆਂ ਚਾਹੀਦੀਆਂ, ਬਰੀਡਿੰਗ ਰਿੰਗ ਹੋਣਾ ਚਾਹੀਦਾ। ਪਹਿਲੇ ਰਿੰਗ ਦੇ ਵਿੱਚ ਜਿਹੜਾ ਪਹਿਲਾ ਰਿੰਗ ਨੂਰ ਦੇ ਨਾਲ ਹੁੰਦਾ ਉਹਦੇ ਵਿੱਚ 20 ਲਾਈਨਾਂ ਹੁੰਦੀਆਂ ਨੇ, ਉਹਨੂੰ ਕਹਿੰਦੇ ਨੇ ਡਿਸਟੈਂਸ ਲਾਈਨ। ਇੱਕ ਹੁੰਦੀਆਂ ਨੇ ਸਪੀਡ, ਇਹ ਗੋਰੇ ਹਮੇਸ਼ਾ ਰੇਸਰਾਂ ਕਬੂਤਰਾਂ 'ਚ ਇਹ ਹੀ ਵੇਖਦੇ ਨੇ, ਇਹੀ ਕੁਆਲਿਟੀ ਵੇਖਦੇ ਨੇ। ਜਿਹੜਾ ਉਹਨਾਂ ਦਾ ਸਾਰਿਆਂ ਨਾਲੋਂ ਚੰਗਾ ਰੇਸਰ ਕਬੂਤਰ ਹੋਏਗਾ ਨਾ ਉਹਦੇ 'ਚ ਵੀ ਇਹੀ ਕੁਆਲਿਟੀਆਂ ਹੋਣ। ਲੇਕਿਨ ਉਹਨੇ ਸਿੱਧਾ ਜਾਣਾ, ਇਹਨਾਂ ਨੇ ਉੱਤੇ ਜਾਣਾ। ਭਾਈ ਜਾਨ ਜਾਣਾ ਸਿੱਧਾ ਜੀ, ਇਹਨਾਂ ਦੀ ਕੁਆਲਿਟੀ ਤੇ ਹੋਣੀ ਹੈ ਨਾ, ਟੌਪ ਲੈਵਲ ਤੇ ਚਾਹੀਦਾ ਕਿ ਨਹੀਂ ਉਹ ਚਾਹੀਦਾ। ਸਪੀਡ ਕਿਸ ਤਰ੍ਹਾਂ ਮੈਟਰ ਸਪੀਡ ਜਿਹੜੀ ਹੁੰਦੀ ਹੈ ਨਾ, ਉਹ ਹਮੇਸ਼ਾ ਜਿਹੜਾ ਅਸੀਂ ਕਬੂਤਰ ਦਾ ਨੂਰ ਵੇਖਦੇ ਆ ਤੇ ਬੇਜ ਹੀ ਨਹੀਂ ਬਣੀ ਹੁੰਦੀ। ਹਾਂ, ਜਿਵੇਂ ਇਹ ਹੁਣ ਘੜੀ ਏ, ਇਹ 7 ਤੋਂ 10 ਘੜੀ ਦੇ ਟਾਈਮ ਤੱਕ ਅੱਜ ਲਾਈਨ ਬੇ ਬਣੀ ਹੁੰਦੀ, ਮੈਨੂੰ ਲੱਗ ਗਈ ਸਮਝ। ਠੀਕ ਹੈ। ਇਹਨਾਂ ਬੇ ਦਾ ਕੁਛ ਛਵਾਵਾਂ ਐ ਹਲਕੇ ਜਿਹੀ ਤੜਾਰਾਂ ਜਿਹੀਆਂ ਹੁੰਦੀਆਂ ਨੇ, ਇਹ ਹੁੰਦੀਆਂ ਸਪੀਡ ਲਾਈਨਸ। ਔਰ ਜਿਹੜੀਆਂ ਉਸੇ ਦਾਇਰੇ ਦੇ ਅੰਦਰ ਰਿੰਗ ਦੇ ਅੰਦਰ ਜਿਹੜੀਆਂ ਲਾਈਨਾਂ ਬਰੀਕ ਬਰੀਕ ਕਰੋ, ਇਹ ਮੈਗਨੀਫਿਕਿੰਗ ਗਲਾਸ ਜਿਹੜਾ ਘੜੀਆਂ ਵਾਲਾ ਹੁੰਦਾ ਹੈ ਨਾ, ਇਹ ਲਾ ਕੇ ਵੇਖੋ ਤੁਹਾਨੂੰ ਸਾਰਾ ਕੁਝ ਨਜ਼ਰ ਆਏ, ਉਹ ਹੋਣਗੀਆਂ, ਉਹ ਹੁੰਦੀਆਂ ਡਿਸਟੈਂਸ ਲਾਈਨ। ਉਹਦੇ ਨਾਲ ਉਹ ਹੀ ਹੁੰਦੀ ਹੈ ਅਸਲ ਬਰਦਾਸ਼ਤ ਕਬੂਤਰ ਦੀ। ਕਬੂਤਰ ਨੇ ਉਹ ਹੀ ਮਜ਼ਬੂਤੀ ਹੈ, ਉਹਨੇ ਸਮਝੋ ਕਿ ਦੂਰ ਦਰਾਜ਼ ਤੋਂ ਵੀ ਆਉਣਾ ਹੈ, ਤੇ ਜੇ ਕਬੂਤਰ ਨੇ ਵੀ ਗਹਿਰਾਈ 'ਚ ਜਾਣਾ ਸਮਾਨਾ ਤੋਂ ਤਾਂ ਨਿਕਲ ਕੇ ਹੀ ਆਏਗਾ। ਉਹ ਅਗਰ ਦਰਾਰਾਂ, ਉਹ ਜਿਹੜਾ ਨੂਰ ਦੇ ਗਿਰਦ ਜਿਹੜਾ ਫਿਰ ਹੁਣ ਜਦੋਂ ਮੈਚਿੰਗ ਤੁਸੀਂ ਕਰਨੀ ਹੈ ਮਾਦੀ ਦੇ ਨਾਲ, ਤੇ ਮਾਦੀ ਤੁਸੀਂ ਪਲੇਨ ਲੈਣੀ ਹੈ। ਅਗਰ ਤੁਸੀਂ ਉਹੀ ਉਹਨੂੰ ਫੁੱਲ ਆਪਣਾ ਸੈਨਾ ਵਾਲੀ ਲੈ ਲਈ ਸਪੀਡ, ਉਹਦੇ ਨਾਲ ਤੁਹਾਡਾ ਕਬੂਤਰ ਬਰੀਡਿੰਗ ਵਾਲੇ ਪਾਸੇ ਚੱਲੇਗਾ, ਉੱਡਣ ਵਾਲੇ ਨਹੀਂ। ਪਲੇਨ ਰੱਖਣੀ ਜ਼ਰੂਰੀ ਹੈ। ਜਿਵੇਂ ਉੱਡਣ ਵਾਲੇ ਕਬੂਤਰਾਂ ਦਾ ਰਿੰਗ ਹੀ ਨਹੀਂ ਹੁੰਦਾ, ਸ਼ੋ ਹੁੰਦਾ, ਬਿਲਕੁਲ ਹਲਕਾ ਜਿਹਾ ਹੁੰਦਾ ਹੈ, ਬਿਲਕੁਲ ਮਾਮੂਲੀ ਜਿਹਾ ਸ਼ੋ ਹੁੰਦਾ ਹੈ। ਤੇ ਇੰਜ ਇੱਕ ਸਾਫ਼ ਅੱਖ ਰੱਖਣੀ ਬਹੁਤ ਜ਼ਰੂਰੀ ਹੈ। ਇੱਕ ਜ਼ਰਿਆਂ ਲਈ ਇੱਕ ਸਾਫ਼, ਯਾਰ ਮੈਂ ਉੱਥੋਂ ਕਈ ਦਫਾ ਦੜਬੀਆਂ ਜਿਵੇਂ ਕਬੂਤਰ ਏਡੇ ਏਡੇ ਚੰਗੇ ਕਰਕੇ ਮੁੰਡਿਆਂ ਜੋੜੇ ਬਣਾ ਕੇ ਦਿੱਤੇ, ਕੋਈ ਇੱਕ ਦੋ ਹੀ ਜੋੜੇ ਫੇਲ ਹੁੰਦੇ ਹੋਣ ਤੇ 90% ਰਿਜ਼ਲਟ ਦਿੰਦੇ ਹੀ ਦਿੰਦੇ ਨੇ ਇਸ ਫਾਰਮੂਲੇ ਦੇ ਉੱਤੇ। ਬੱਚੇ ਉੜਦੇ ਸਿਆਣੇ। ਇੱਕ ਤਰਤੀਬ ਸਿੱਧੀ ਕਰ ਦੋ, ਬਰੀਡਿੰਗ ਵਾਲਾ ਬਣਾਉਣਾ ਹੈ ਤੇ ਚੌੜਾ ਪਰ ਬਣਾਉਣਾ ਹੈ। ਬਰੀਡਿੰਗ ਵਾਲਾ ਬਣਾਉਣਾ ਹੈ ਤੇ ਦੋਵੇਂ ਹੀ ਇੱਕ ਜਿਹੇ ਹੋਣੇ ਚਾਹੀਦੇ, ਭਰੀ ਅੱਖ ਦੇ ਕਬੂਤਰ ਹੋਣੇ ਚਾਹੀਦੇ ਨੇ। ਦੋਵਾਂ ਦੀ ਅੱਖ ਤੇ ਥੱਲੇ ਜ਼ਮੀਨ ਨਜ਼ਰ ਨਹੀਂ ਆਉਣੀ ਚਾਹੀਦੀ, ਠੀਕ ਹੈ। ਰਿੰਗ ਵੀ ਉਹਨਾਂ ਦੇ ਪੰਜੇ ਵਾਜ਼ਿਆ ਹੋਣੇ ਚਾਹੀਦੇ ਨੇ, ਤੇ ਪਰ ਵੀ ਉਹਨਾਂ ਦੇ ਇੱਕੋ ਜਿਹੇ ਹੋਣੇ ਚਾਹੀਦੇ ਨੇ। ਇਹ ਬਰੀਡਿੰਗ ਵਾਲਾ ਬਣ। ਹਾਂ, ਤੇ ਜੇ ਤੁਸੀਂ ਇਹਦੇ ਪੰਜੇ ਮੈਟਰ ਕਰਦੇ ਨੇ, ਸਿਰ ਦੀ ਹੈਡ ਸ਼ੇਪ ਮੈਟਰ ਕਰਦੀ। ਪੰਜਾ ਸਿਰਫ ਤੁਹਾਡੀ ਕਬੂਤਰ ਦੀ ਹੈਲਥ ਨੂੰ ਸ਼ੋਅ ਕਰਦਾ ਵੇ, ਇਹਦੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ। ਪੰਜੇ ਦਾ ਸਿਰਫ ਕਬੂਤਰ ਦੀ ਸਿਹਤ ਨੂੰ ਦੱਸਦਾ ਹੈ ਕਿ ਇਹਦੇ ਬਲੱਡ ਕੈਸਾ ਹੈ, ਇਹ ਕਿੰਨਾ ਚੰਗਾ ਖੂਨ, ਇਹਦੀ ਸਿਹਤ ਕਿਹੋ ਜਿਹੀ ਹੈ। ਪੰਜਾ ਉਹਦਾ ਤਾਲੂ ਖੋਲ ਕੇ ਵੇਖ ਲਓ, ਇੱਥੋਂ ਪਤਾ ਲੱਗ ਜਾਂਦਾ ਵੇ ਕਬੂਤਰ ਦਾ। ਠੀਕ ਹੈ। ਬਾਕੀ ਉਹਦੀ ਮਲਾਇਮੀਆਂ ਤੇ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਕਬੂਤਰ ਦੀਆਂ। ਤੁਹਾਡੀ ਹੱਡੀ ਜੋੜ ਤੋਂ ਹਟ ਕੇ ਅਸੀਂ ਇਹ ਗੱਲ ਕਰ ਰਹੇ ਹਾਂ
ਕਿ ਅਗਰ ਬਰੀਡਿੰਗ ਵਾਲੇ ਬਣਾਉਣੇ ਨੇ ਪਰ ਇੱਕੋ ਜਿਹਾ, ਪਰ ਅੱਖ ਇੱਕੋ ਜੀ, ਅੱਖ ਆਈਏ ਨੇ। ਤੇ ਉਸ ਤੋਂ ਬਾਅਦ ਆਪਣਾ ਜੇ ਕਰਨੇ ਆ ਉਡਾਣ ਵਾਲੇ ਤੇ ਕ੍ਰਾਸ ਕਰ ਲਓ। ਪਰ ਵੀ ਕ੍ਰਾਸ ਕਰਦੇ ਨੇ, ਅੱਖਾਂ ਵੀ ਕ੍ਰਾਸ ਕਰਨੀਆਂ ਨੇ। ਜਿੱਥੇ ਹਵਾਵਾਂ ਚੱਲਦੀਆਂ ਨੇ ਉੱਥੇ ਕਬੂਤਰ ਉਹ ਕਾਮਯਾਬ ਹੈ ਜਿਹੜੇ ਚੌੜੀ ਛਾਤੀ ਦੇ ਤੇ ਆਪਣਾ ਤੇਜ਼ ਕੁੰਦੇ ਦੇ ਕਬੂਤਰ ਨੇ, ਬਰੀਕ ਕੁੰਦੇ ਦੇ ਪਰਾਂ ਦੇ ਕਬੂਤਰ ਨੇ, ਉਹ ਜ਼ਿਆਦਾ ਕੰਮ ਕਰਦੇ ਨੇ ਬਨਿਸਬਤ ਚੌੜੇ ਗੋਲ ਪਰਾਂ ਦੇ ਕਬੂਤਰਾਂ ਨਾਲ, ਪੱਲੇ ਦੇ ਕਬੂਤਰਾਂ ਨਾਲ। ਨੁਕੀਲੇ ਪਰ ਵੀ ਹਾਂ ਨਕੀਲਾ ਹਵਾ 'ਚ ਚੀਰ ਕੇ ਲੰਘਾ, ਕਿਉਂਕਿ ਉਹਨਾਂ ਦੀ ਡਾਊਨ ਸਟ੍ਰੋਕ ਚੰਗੀ ਹੁੰਦੀ ਹੈ, ਉਹਨਾਂ ਦੀ ਫਲਿੱਪ ਬਹੁਤ ਅੱਛੀ ਹੁੰਦੀ ਹੈ, ਉਹ ਜਲਦੀ ਵਾਪਸ ਪਰ ਲੈ ਆਉਂਦੇ ਨੇ, ਉਹਨਾਂ ਦਾ ਜ਼ੋਰ ਘੱਟ ਲੱਗਦਾ ਹੈ। ਗੋਲ ਕੁੰਦੇ ਜ਼ਰਾ ਮਸਲਾ ਕਰਦੇ। ਹਾਂ ਗੋਲ ਕੁੰਦੇ ਦੇ ਕਬੂਤਰ ਆਪਣਾ ਗੁੰਮੇ ਦੇ ਚੰਗੇ ਨੇ। ਚੋਈ ਸਾਹਿਬ ਨੇ ਇੱਕ ਜਵਾਬ ਦੇ ਨਾਲ ਲੱਗਦਾ ਵਾਂ ਤੇ ਭਾਈ ਜੀ ਸਾਰੇ ਉਸਤਾਦ ਅੱਡੇ ਮੌਕੇ ਨੂੰ ਬੈਠੇ ਨੇ। ਕਾਸ਼ੀ ਸਾਹਿਬ ਚੁੱਪ ਕਰੋ। ਨਹੀਂ ਕਰਨ ਦੋ ਸਵਾਲ। ਜਿਹੜਾ ਜੋੜ ਬੰਦ ਦਾ ਕਬੂਤਰ ਬੜੇ ਉਸਤਾਦ ਆਉਂਦੇ ਨੇ, ਜੋੜ ਬੰਦ ਦਾ ਕਬੂਤਰ ਕਾਮਯਾਬ ਹੈ ਇਹਦੇ ਵਿੱਚ, ਉਹਦੇ ਬਾਰੇ ਗੱਲ ਕਰੋ ਨਾ। ਹਾਂ ਯਾਰ ਜੋੜ ਜਿਹੜਾ ਹੈ ਨਾ ਬੇਸਿਕਲੀ ਬਹੁਤਾ ਬੰਦ ਚੰਗਾ ਨਹੀਂ, ਸੂਤਰ ਬਰਾਬਰ ਮਾਚਸ ਦੀ ਤੀਲੀ ਜਿਹਾ ਫਰਕ ਹੋਣਾ ਚਾਹੀਦਾ ਹੈ, ਲੇਕਿਨ ਜੋੜ ਹੱਥ ਤੇ ਜੋ ਫਿਰ ਉਹਨਾਂ ਚੁਭਣਾ ਨਹੀਂ ਚਾਹੀਦਾ। ਹਾਂ ਠੀਕ ਹੈ, ਜੋੜ ਦੇ ਉੱਤੇ ਇੰਜ ਲੱਗੇ ਜਿਵੇਂ ਚਰਬੀ ਜੀ, ਬੇਸਿਕਲੀ ਮਸਲ ਕਬੂਤਰ ਦੇ ਇਹ ਪਰ ਨੇ, ਇਹ ਜਿਹੜੇ ਕਬੂਤਰ ਦੇ ਉਡਾਉਣ ਵਾਲੇ ਮਸਲ ਨੇ ਨਾ, ਇਹ ਛਾਤੀ ਤੋਂ ਜਾ ਕੇ ਸਿੱਧੇ ਜੋੜਾਂ ਦੇ ਵਿੱਚੋਂ ਦੀ ਇੰਜ ਕ੍ਰਾਸ ਹੁੰਦੇ ਨੇ। ਠੀਕ ਹੈ, ਤੁਸੀਂ ਕਬੂਤਰ ਦਾ ਢਾਂਚਾ ਵੇਖ ਲਓ, ਅਨਾਟਮੀ ਵੇਖੀਏ ਤੇ ਇੰਜ ਹੀ ਹੁੰਦਾ। ਇਹਦੇ ਜਿਹੜੇ ਫਲਾਈਂਗ ਮਸਲ ਨੇ ਨਾ, ਉਹਨਾਂ ਦਾ ਮੋਢਿਆਂ ਦੇ ਮਸਲ ਜੋੜ ਦੇ ਨਾਲ ਕੰਬੀਨੇਸ਼ਨ ਹੁੰਦਾ ਹੈ। ਜਿਸ ਦੇ ਮਸਲ ਜਿੰਨੇ ਘੱਟ ਹੋਣਗੇ ਉੱਥੇ ਮਸਲ ਘੱਟ ਹੋਣਗੇ, ਉਹ ਜੋੜ ਚੁਭੇਗਾ, ਉਹ ਕਬੂਤਰ ਓਨਾ ਹੀ ਜਿਹੜਾ ਨਾ ਘੱਟ ਪ੍ਰਵਾਜ਼ੀ ਹੋਏਗਾ, ਔਰ ਜੇ ਜ਼ਿਆਦਾ ਟਾਈਟ ਕਰ ਗਿਆ ਉਹ ਠਾਪਾ ਹੋ ਜਾਏਗਾ ਕਬੂਤਰ। ਹਾਂ ਚੁਭਣਾ ਨਹੀਂ ਚਾਹੀਦਾ, ਹੱਡੀ ਦੇ ਲੈਵਲ ਤੇ ਹੋਵੇ, ਗੈਪ ਘੱਟ ਹੋਵੇ, ਗੈਪ ਵਾਹ ਉਸਤਾਦ ਜੀ, ਗੈਪ ਨਹੀਂ ਹੋਣਾ ਚਾਹੀਦਾ। ਸਾਰੇ ਬੰਦੇ ਆਈ ਨਾ ਜੋੜ ਬੰਦ ਦਾ ਕਬੂਤਰ ਉੱਡ ਸਕਦਾ ਹੀ ਨਹੀਂ। ਨਾ ਗੈਪ ਘੱਟ ਹੋਣਾ। ਗੈਪ ਘੱਟ। ਅੱਛਾ ਕੁਛ ਜੋੜ ਉੱਤੇ ਦੁਮ ਦੇ ਕੋਲ ਲੱਗੇ ਹੁੰਦੇ ਨੇ, ਉਹ ਵੀ ਬੜੇ ਨਿਆਬ ਕਬੂਤਰ ਨੇ। ਬਹੁਤ ਘੱਟ ਕਬੂਤਰ ਹੁੰਦੇ ਨੇ ਯਾਰ ਇੰਜ ਤੇ ਖੁੱਲੀਆਂ ਦੁੰਮਾਂ ਵਾਲੇ ਤੇ ਜੋੜ ਖੁੱਲਿਆਂ ਨੇ ਉੱਡਦੇ ਨੇ, ਲੇਕਿਨ 100 ਚ 2-4% ਉੱਡ ਜਾਂਦੇ ਨੇ। ਲੇਕਿਨ ਮੇਨ ਪ੍ਰੋਪਰ ਜਿਹੜਾ ਹੈ ਨਾ ਉਹ ਹੀ ਉੱਡਦੇ ਨੇ, ਜਿਨ੍ਹਾਂ ਦੀ ਪ੍ਰੋਪਰ ਫਿਜ਼ੀਕ ਸੇ, ਪ੍ਰੋਪਰ ਬੈਲੈਂਸ ਹੈ, ਪ੍ਰੋਪਰ ਪਰਖ ਹੁੰਦਾ ਹੈ। ਉਹ ਹੀ ਕਬੂਤਰ ਅੱਗੇ ਨਰਮ ਜਿਸਮ, ਫਲੈਕਸੀਬਲ ਨੇ, ਗਰਦਨਾਂ ਨਰਮ ਨੇ, ਲਚਕ ਹੈਗੀ ਹੈ, ਡਾਇਲ ਮਜ਼ਬੂਤ ਨੇ ਕਬੂਤਰਾਂ ਦੇ। ਕਬੂਤਰ ਗਰਮੀ ਦੇ ਵਿੱਚ ਮੈਂ ਜ਼ਿਆਦਾਤਰ ਉਹ ਉੜਦੇ ਵੇਖੇ ਨੇ। ਇਹ ਹੁਣ ਅਕਸਰ ਮੈਂ ਕਬੂਤਰਾਂ ਦਾ ਸ਼ੌਕ ਕਰਦਾ ਰਿਹਾ, ਨੈਟ ਨੂਟ ਤੇ ਇੱਥੋਂ ਪਲਕਾਂ ਨਜ਼ਰ ਆਉਂਦੀਆਂ ਹੁੰਦੀਆਂ, ਇੱਥੋਂ ਮੈਂ ਮਾਸ ਨਜ਼ਰ, ਅੰਦਰ ਦੀ ਗੱਲ ਨਹੀਂ ਕਰਦਾ ਪਿਆ ਮੈਂ, ਬਾਹਰ ਦੀ ਗੱਲ ਕਰਨਾ, ਬਾਹਰ ਵੀ ਪਲਕ ਦੇ ਇੰਜ ਨਜ਼ਰ ਆਉਂਦਾ। ਇਹ ਵਾਲ ਜਿਹੜੇ ਨੇ ਪੂਰੇ ਇੰਜ ਹੋਣੇ ਚਾਹੀਦੇ ਨੇ ਕਬੂਤਰ ਦੇ, ਜਿਵੇਂ ਬਾਜ਼ ਦੇ ਹੁੰਦੇ ਨੇ, ਜਿਵੇਂ ਜ਼ਿਆਦਾ ਸਿਆਲਕੋਟੀਆਂ ਦੇ ਹੈਗੇ। ਆਹੋ ਉਹ ਕਬੂਤਰ ਗਰਮੀ ਦੀ ਬਰਦਾਸ਼ਤ ਕਰ ਜਾਂਦੇ ਨੇ। ਤੇ ਜੌਂਸਲੇ ਸਿਆਲਕੋਟੀ ਕਬੂਤਰ ਇਹਨੇ ਸਿਆਲਕੋਟੀਆਂ ਕਬੂਤਰ ਦੀ ਬਰਦਾਸ਼ਤ ਕਿਉਂ ਹੈ ਇੰਨੀ? ਉਹਦੀ ਸਭ ਤੋਂ ਵੱਡੀ ਵਜ੍ਹਾ ਵੀ ਇਹ ਹੀ ਹੈ ਕਿ ਇੱਕ ਉਹਨਾਂ ਦਾ ਆਪਣਾ ਡਾਇਲ ਮਜ਼ਬੂਤ ਹੈ, ਨੰਬਰ 2 ਉਹਨਾਂ ਦੀ ਅੱਖ ਦੇ ਵਿੱਚ ਜ਼ਰਾਤ ਦੂਜੇ ਕਬੂਤਰ ਨਸਲਾਂ ਨਾਲੋਂ ਜ਼ਿਆਦਾ ਨੇ, ਉਹਨਾਂ ਦਾ ਬੈਕਗ੍ਰਾਉਂਡ ਡਾਰਕ ਹੈ, ਉਹ ਪੱਕੇ ਮਜ਼ਬੂਤ, ਉਹਦੀ ਇਸੇ ਮਜ਼ਬੂਤੀ ਦੀ ਨਿਸ਼ਾਨੀ। ਵਾਪਸੀ ਬੜੀ ਹੁੰਦੀ ਹੈ। ਅੱਛਾ ਨੋਕਾਂ ਦੇ ਕਲਰਸ ਦੇ ਉੱਤੇ ਬੜੀ ਬਹਿਸ ਹੋਈ। ਇਹ ਜੀ ਮੋਮੀ ਨੋਕ ਦਾ, ਕੱਚੀ ਨੋਕ ਦਾ, ਕਾਲੀ ਨੋਕ ਦਾ, ਪੱਕੀ ਨੋਕ ਦਾ, ਕੀ ਹੈ, ਕੀ ਇਹਦੀ ਵੰਡ ਕੱਢੀ ਅਸੀਂ? ਯਾਰ ਨੋਕ ਜਿਹੜੀ ਹੈ ਨਾ ਉਹ ਬੇਸਿਕਲੀ ਕਾਲੀ ਨੋਕ ਹੀ ਚੰਗੀ ਹੈ। ਖੁਰਦ ਨੋਕੇ ਹੋਣ, ਕਾਲੀ ਨੋਕ ਹੋਵੇ। ਅਲਫ ਨੋਕੇ ਵੀ ਮੈਂ ਜੇੜ 'ਚ ਸ਼ਾਮ ਬੰਦੇ ਵੇਖੇ। ਅਲਫ ਨੋਕੇ ਦੇ ਮੇਰੇ ਤੇ ਬਜ਼ਾਤੇ ਖੁਦ ਮਹਿਰਾਂ ਵਾਲੇ ਕਬੂਤਰ ਨੇ, ਮੈਂ ਆਪਣੇ ਅੱਖੀ ਵੇਖੇ ਨੇ ਸ਼ਾਮ ਬੰਦੇ। ਪੀਰ ਇਮਰਾਨ ਸ਼ਾਹ ਦੀ ਛਾਤੇ 2022 ਚੈਂਪੀਅਨ ਹੋਏ, ਉਹਦੇ ਅਲਫ ਨੋਕੇ ਕਬੂਤਰ ਵਿੱਚ ਕਿੰਨੇ ਉਹਦੇ ਜੰਗੀਰ ਗੁਜਰ ਕੋਟ ਮੋਮਨ ਵਾਲੇ ਦੀ ਛਾਤੇ। ਅੱਛਾ ਉੱਡ ਗਿਆ ਵੀ ਕਾਲੀ ਕਰ ਜਾਂਦੇ ਨੇ, ਗ੍ਰੇ ਹੀ ਕਰ ਜਾਂਦੇ ਨੇ। ਖੁਰਾਕ ਦੇਣ ਲੱਗਿਆ ਵੀ ਥੋੜਾ ਜਿਹਾ ਹੋ ਜਾਂਦਾ। ਹੁਣ ਕਸੂਰੀਆ ਕਬੂਤਰ 'ਚ ਪੀਲੀ ਨੋਕ ਵੀ ਆਉਂਦੀ ਹੈ। ਹਾਂ ਪੀਲੀ ਨੋਕ ਵੀ ਆਉਂਦੀ ਹੈ, ਇਹਦਾ ਮਤਲਬ ਇਹਨੂੰ ਬੜੇ ਬੱਚੇ ਡਾਉਂਦੇ ਨੇ ਉਹ ਵੀ। ਇਹ ਜ਼ਰੂਰ ਅੱਛਾ ਇਹਨਾਂ 'ਚ ਮੋਮੀ ਨੋਕਾਂ ਵਾਲੇ ਵੀ ਬੜੇ ਬੱਚੇ ਡਾਂਦੇ ਬਹੁਤ ਡਾਉਂਦੇ ਨੇ, ਇਹ ਕੋਈ ਏਡਾ ਨਹੀਂ ਹੈਗਾ। ਮੇਨ ਚੀਜ਼ ਉਹਦਾ ਹੁਣ ਮੋਮੀ ਨੋਕ ਕਬੂਤਰ ਦਾ ਏਡਾ ਸਿਰ ਲੱਗਾ ਹੈ, ਖੋਪੜ ਲੱਗਾ ਹੈ, ਪਰ ਪੂਰਾ ਚੰਗਾ, ਤੇ ਕੀ ਉਹ ਬੱਚੇ ਨਹੀਂ ਉਡਾਏਗਾ ਲਾਜ਼ਮੀ ਉਡਾਏਗਾ। ਯਾਰ ਸੇਠ ਵਾਲੇ ਕਬੂਤਰ ਵੀ ਚੋਈ ਸਖੀ ਵਾਲਾ ਹੀ ਕ੍ਰਾਸ ਕਰਦੇ ਤੇ ਬੱਚੇ ਤੇ ਉਹ ਵੀ ਡਾਉਂਦੇ ਨੇ, ਹੋਵੇ ਚੰਗੇ ਤੇ ਪਰ ਪੁਰਦੇ ਤੇ ਚੰਗੇ ਹੋਣ, ਉਹ ਵੀ ਬੱਚੇ ਡਾ ਜਾਂਦੇ ਨੇ। ਹਾਂ ਨਾਲ ਬਲੱਡ ਅੱਛਾ ਮਿਲ ਜਾਵੇ। ਅੱਛਾ ਟੀਰੇ ਕਬੂਤਰਾਂ ਦੀ ਕੀ ਸਟੋਰੀ ਹੈਗੀ? ਟੀਰੇ ਤੇ ਬੱਲੜੇ ਟੀਰੇ ਜ਼ਿਆਦਾ ਪੱਟੀ ਵਾਲੇ ਕਬੂਤਰਾਂ 'ਚ ਆਉਂਦੇ ਨੇ, ਤੇ ਜਿਹੜੇ ਆਪਣੇ ਕਬੂਤਰਾਂ 'ਚ ਟੀਰਾਪਨ ਆ ਜਾਂਦਾ, ਬਿੱਲੀ ਅੱਖੇ, ਇਹ ਜ਼ਿਆਦਾ ਜੀਨਸ ਦਾ ਫਾਲਟ ਹੁੰਦਾ ਹੈ, ਜੈਨੇਟਿਕ ਫਾਲਟ ਹੁੰਦਾ ਹੈ। ਇਹ ਆਂਡੇ ਜਦੋਂ ਮਾਦੀ ਦਿੰਦੀ ਹੈ ਤਾਂ ਉਸ ਟਾਈਮ ਵੀ ਹੋ ਸਕਦਾ, ਜਾਂ ਮਾਦੀ ਦੇ ਅੰਦਰ ਕੋਈ ਵਾਇਰਸ ਦੀ ਵਜ੍ਹਾ ਤੋਂ ਹੋ ਸਕਦਾ। ਇਹ ਖਸੂਸੀਅਤ ਨਹੀਂ ਹੈਗੀ। ਇਹ ਖਸੂਸੀਅਤ ਨਹੀਂ, ਇਹ ਉਹਦੇ ਜੈਨੇਟਿਕ ਫਾਲਟ ਦੇ ਵਿੱਚ ਆਉਂਦਾ। ਤੇ ਜਿਹੜੇ ਓਵਰਡਾਈਜ਼ ਨਿਕਲ ਆਉਂਦੇ ਨੇ ਉਹ ਜ਼ਿਆਦਾ ਪੱਟੀ ਵਾਲਿਆਂ 'ਚ ਨਿਕਲਦੇ। ਹਾਂਜੀ ਉਹ ਬੜੀ ਖਸਲਤ ਸਮਝਦੇ ਨੇ। ਆਹੋ ਉਹਨਾਂ ਦੀਆਂ ਨਸਲਾਂ ਦੇ ਵਿੱਚ ਚੱਲਦਾ ਹੈ ਨਾ। ਲਾਸਟ ਟੌਪਿਕ ਬਿਮਾਰੀਆਂ ਲਾਏ।
ਲਕਵੇ ਝੋਲੇ ਦਾ ਕੋਈ ਹੱਲ ਦੱਸ ਦਿਓ ਯਾਰ। ਯਾਰ ਲਕਵੇ ਝੋਲੇ ਦਾ ਤੇ ਹੱਲ ਸਭ ਤੋਂ ਜ਼ਿਆਦਾ ਜਿਹੜਾ ਹੈ ਨਾ ਵੈਕਸੀਨ ਹੀ ਹੈ। ਉਹ ਜਿਹੜੀ ਹੈਗੀ ਹੈ ਇਸ ਵੈਲੀਮੋਨ। time- ਨਾ 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 ਮੈਡੀਵੈਕ ਅਸੀਂ ਇਹ 2-3 ਦਫਾ ਸਾਡੇ ਮੈਡੀਵੈਕ H9 ਉਹਨੇ ਪੂਰਾ ਕੰਮ ਕੀਤਾ ਹੈ। ਠੀਕ, ਇੱਕ ਚਾਈਨਾ ਦੀ ਆਈ H9 ਸੌਰੀ, ਉਹ ਬਹੁਤ ਚੰਗੀ ਹੈ। ਨਹੀਂ ਤੇ ਮੈਂ ਸਾਰੀ ਜ਼ਿੰਦਗੀ ਚਵੀਕਾ ਵਰਤੀ ਹੈ, ਉਸ ਤੋਂ ਚੰਗੀ ਵੈਕਸੀਨ ਕੋਈ ਨਹੀਂ। ਜ਼ਿੰਦਗੀ 'ਚ 2 ਦਫਾ ਲਾ ਦਿਓ ਪਿਆਣ ਲਾਣਾ ਕਿ ਚਵੀਕਾ। ਪਿਆਣਾ? 2 ਪੁਆਇੰਟ, ਇੱਕ ਜਦੋਂ ਬੱਚਾ ਅਡੇਰੇ ਪਰ ਨਿਕਲਣ ਉਦੋਂ ਲਾ ਦਿਓ ਤੇ 6 ਮਹੀਨੇ ਬਾਅਦ ਫਿਰ ਉਹਨੂੰ ਲਗਾ ਦਿਓ। ਸਾਲ ਲਾਈਫ ਟਾਈਮ ਗਾਰੰਟੀ ਉਹਦੀ। ਉਸ ਤੋਂ ਬਾਅਦ ਲਗਰਾਨੀ ਖੇਤ ਉਹਨੂੰ ਨਹੀਂ ਆਏਗੀ। ਤੇ ਜਾਂ ਕੋਲੰਬੀਆ। ਹਾਂ ਕੋਲੰਬੀਆ। ਤੇ ਹੁਣ ਜੇ ਆ ਜਾਵੇ ਤੇ ਲਸੋਟਾ ਹੀ ਹੈ। ਹਾਂ ਜੇ ਬਿਮਾਰੀ ਰੋਕਣੀ ਹੈ, ਆ ਗਈ ਹੈ, ਇੱਕ ਟ੍ਰੀਟਮੈਂਟ ਬੜਾ ਚੰਗਾ ਹੈ, ਉਹ ਮੈਂ ਕਰਵਾਇਆ। ਉਹਦੇ ਨਾਲ ਕਬੂਤਰ ਐਕਸਪਾਇਰ ਨਹੀਂ ਹੁੰਦਾ, ਮਰਦਾ ਕੋਈ ਨਹੀਂ। ਇਸ ਚੀਜ਼ ਦੀ ਗਾਰੰਟੀ ਆ। ਸਾਰਿਆਂ ਤੋਂ ਪਹਿਲਾਂ ਲੀਫਲੋਕਸ ਗੋਲੀ ਲੈਣੀ ਹੈ, ਐਂਟੀਬਾਇਓਟਿਕ ਗੋਲੀ ਹੈ, ਚੌਥਾ ਹਿੱਸਾ ਸਾਰਿਆਂ ਨੂੰ ਦੇ ਦੇਣੀ ਹੈ ਇੱਕ ਹੀ ਦਫਾ। ਠੀਕ ਹੈ। ਟਰਾਈ ਪਰਸਨ ਇੱਕ ਸ਼ਰਬਤ ਲੈਣਾ ਹੈ ਰੋਜ਼, 1 cc 2 ਲੀਟਰ ਪਾਣੀ 'ਚ ਸਵੇਰ ਦੇ ਟਾਈਮ ਜਿਹੜਾ ਪਾਣੀ ਪਿਆਣਾ ਉਹਦੇ 'ਚ ਪਾਣਾ, ਬਾਅਦ 'ਚ ਪਾਣੀ ਡੋਲ ਦੇਣਾ। ਇਹ ਹੋ ਗਿਆ 4 ਸ਼ਰਬਤ, ਕੋਲਿਕ, ਜੈਟੀਪਾਰ, ਪੈਨਾਡੋਲ ਤੇ ਮਕਦਾਰਾਂ ਵੀ ਸਰ ਦੱਸੀ ਮੈਂ ਦੱਸਣਾ ਵਾਂ। ਕੋਲਿਕ, ਜੈਟੀਪਾਰ, ਪੈਨਾਡੋਲ ਤੇ ਫਲੈਜਲ, ਚਾਰੇ ਸ਼ਰਬਤ ਆਪਣਾ ਇੱਕ ਢੱਕਣ 2 ਲੀਟਰ ਪਾਣੀ 'ਚ ਪਾ ਕੇ ਇਹ ਪਿਉਣਾ ਤੇ ਦਾਣੇ ਉੱਤੇ ਵੀ ਇਹੀ ਪਾਉਣਾ। ਇਹੀ ਸ਼ਰਬਤ ਇੱਕ ਢੱਕਣ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਖਵਾਉਣਾ। ਜਿਸ ਕਬੂਤਰ ਨੂੰ ਜਿਹੜਾ ਨਾ ਖਵਾਵੇ ਉਹਨੂੰ ਭੁੱਖਾ ਨਹੀਂ ਰਹਿਣ ਦੇਣਾ। ਉਹਨੂੰ ਰਾਤੀ ਸਿਰਲੈਕ ਭਰ ਕੇ ਤੇ 20 cc ਮਾਰ ਦੇਣਾ ਦੁੱਧ ਵਿੱਚ, ਨਾਲ ਕਾਰਮੀਨਾ ਦੀ ਅੱਧੀ ਗੋਲੀ ਦੇ ਦੇਣੀ। ਇੱਕ ਕਬੂਤਰ ਨਹੀਂ ਮਰੇਗਾ ਤੁਹਾਡਾ। ਸਿਰਫ ਇਹ ਟ੍ਰੀਟਮੈਂਟ ਕਰ ਲਵੋ। ਟੋਟਲ 6 ਚੀਜ਼ਾਂ ਨੇ। ਠੀਕ ਹੈ। ਲੀਫਲੋਕਸ ਦੀ ਇੱਕ ਗੋਲੀ ਇੱਕ ਹੀ ਦਫਾ ਦੇਣੀ ਹੈ, ਚੌਥਾ ਹਿੱਸਾ। ਟਰਾਈ ਪਰਸਨ ਰੋਜ਼ ਸਵੇਰ ਦੇ ਟਾਈਮ ਪਾਉਣਾ ਤੇ 4 ਸ਼ਰਬਤ ਹੈ ਦਾਣੇ ਤੇ ਵੀ ਪਾਣੇ ਨੇ ਤੇ ਪਾਣੀ ਦੇ ਵਿੱਚ ਵੀ ਮਿਕਸ ਕਰਕੇ ਪਾ ਦਿਓ। ਦੂਸਰਾ ਇੱਕ ਤੁਸੀਂ ਦੱਸ ਰਹੇ ਟੈਰੀਬਿਕਿਆ, ਕਿਹੜਾ ਇੱਕ ਹੋਰ ਤੁਸੀਂ ਗੋਲੀ ਕੋਈ ਦੱਸ ਰਹੇ ਟ੍ਰਾਈਬਰਸਨ ਹੀ ਪਤਾ ਨਹੀਂ ਕੁਝ ਦੱਸ ਰਹੇ ਸੀ। ਉਹ ਸਿਰਪ ਹੈ ਨਾ ਟਰਾਈ ਪਰਸਨ। ਕਾਰਮੀਨਾ ਇਹ ਰਾਤ ਨੂੰ ਜਿਹੜਾ ਨਾ ਖਾਵੇ, ਮੈਂ ਦਾਣਾ ਛੱਡ ਜਾਂਦੇ ਨਾ ਕਬੂਤਰ ਨਾ ਖਾਵੇ, ਉਹਨੂੰ ਭੁੱਖਾ ਨਹੀਂ ਰਹਿਣ ਦੇਣਾ। ਉਹਨੂੰ ਸਿਰਲੈਕ ਦੁੱਧ 'ਚ ਬਣਾ ਕੇ ਦੇ ਦਿਓ ਤੇ ਨਾਲ ਆਪਣਾ ਗੋਲੀ ਆਪਣਾ ਹਜ਼ਮ ਦੇ ਦਿਓ ਕਾਰਮੀਨਾ। ਹਾਂ ਕਬੂਤਰ ਮਰੇਗਾ ਕੋਈ। ਅੱਛਾ ਟੌਪਿਕ ਤੇ ਨਹੀਂ ਹਲੇ ਬੰਦਾ ਕਿਉਂਕਿ ਅਸੀਂ ਬੜਾ ਲੰਘ ਆਏ ਆ ਅੱਗੇ, ਲੇਕਿਨ ਐਵੇਂ ਰੈਂਡਮ ਜ਼ੇਨ ਚ ਆ ਰਹੇ ਭੋਰਿਆਂ ਦੇ ਕਿਉਂ ਵੱਡੇ ਖਿਲਾਫ ਤੁਸੀਂ? ਭੋਰੇ ਕੁੰਦੇ ਕਬੂਤਰਾਂ ਜਾਮ ਕਰਦਾ ਹੈ। ਨਾ ਕਰੋ ਯਾਰ ਸਾਜੀ, ਅਸੀਂ ਮੇਰੀ ਗੱਲ ਸੁਣੋ, ਮਲਾਈ ਮੈਂ ਵੀ ਪਾਉਂਦਾ ਰਿਹਾ ਵਾਂ ਮਲਾਈ ਵਾਲੇ ਭੋਰੇ ਪਾ 2-4 ਦਫਾ ਤੇ ਠੀਕ ਹੈ, ਲੇਕਿਨ ਮੁਸਲਸਲ ਪਾਉਣ ਦੇ ਨਾਲ ਨਾ ਇਹ ਕਬੂਤਰਾਂ ਨੂੰ ਫਾਇਦਾ ਨਹੀਂ ਦਿੰਦੇ। ਕਬੂਤਰਾਂ ਮੋਢੇ ਭਾਰੇ ਹੋ ਜਾਂਦੇ। ਅਸੀਂ ਤੇ ਕਹਿੰਦੇ ਆ ਕਿ ਜਿੰਨੇ ਘਿਓ ਖਾਦਾ ਹੋਏਗਾ ਉਹੀ ਧੁੱਪ ਬਰਦਾਸ਼ਤ ਉਹ ਕਰੇਗਾ। ਨਹੀਂ ਅਸੀਂ ਅੱਜ ਤੱਕ ਨਹੀਂ ਹੋਇਆ ਖੂਨ ਤਲਖ ਹੋ ਜਾਂਦਾ ਤੇ ਖੂਨ ਤਲਖ ਕੀ ਹੋ ਗਿਆ, ਗਾੜਾ ਹੋ ਜਾਂਦਾ। ਹਾਂ ਗਾੜਾ ਹੋ ਜਾਂਦਾ ਕਬੂਤਰ, ਡਿੱਗਦਾ ਫਿਰ ਛਪੜਾਂ 'ਚ ਜਾਂਦੇ ਨੇ ਕਬੂਤਰ। ਲਾਹੌਰ ਦੀ ਕਬੂਤਰਬਾਜ਼ੀ ਪੰਜਾਬ ਦੇ ਨਾਲ ਰਲੇਗੀ ਕਦੀ? ਰਲ ਜਾਏਗੀ, ਰਲ ਸਕਦੀ। ਬਾਕੀ ਅਸੂ ਵਿਸਾਖ ਤੇ ਚੇਤਰ ਤੇ ਰਲਦੀ ਉਹ ਤੇ ਰਲਦੀ ਹੈ। ਇਹ ਡਾਂਸ ਤੇ ਜੇਠ ਵਿੱਚ ਵੀ ਜਿਹੜੇ ਦਲੇਰ ਖਿਡਾਰੀ ਨੇ ਉਹ ਡਾ ਸਕਦੇ ਨੇ। ਕੀ ਹੈ ਡਰ ਰੋਲਾ ਤੇ ਕੋਈ ਨਹੀਂ, ਗੱਲ ਲੈਣਾ ਤੇ ਨਸੀਬਾਂ ਦਾ ਹੀ ਹੈ। ਅਡਾਉਣੇ ਹੋਣੇ ਚਾਹੀਏ, ਵੱਧ ਤੋਂ ਵੱਧ ਕੀ ਹੋਏਗਾ, 19 ਵੀ ਫਰਕ ਹੋਏਗਾ, ਥੋੜਾ ਬਹੁਤ ਫਰਕ ਆਏਗਾ। ਮੈਂ ਇੱਕ ਜਗ੍ਹਾ ਤੇ ਬੈਠਾ ਸੀ ਤੇ ਬੜੇ ਸੀਨੀਅਰ ਉਸਤਾਦ ਸੀ, ਉਹਨਾਂ ਨੇ ਕਿਹਾ ਯਾਰ ਕੀ ਹੋਏਗਾ। ਮੈਂ ਉਹਨਾਂ ਨੂੰ ਨਾ ਆਫ ਦੀ ਰਿਕਾਰਡ ਆ ਗੱਲ ਕੀਤੀ। ਕਹਿੰਦਾ ਯਾਰ ਕੀ ਹੋਏਗਾ, ਲੋਰੀਏ ਰਲਨ 1 ਸਾਲ ਰਨਗੇ, 2 ਸਾਲ ਰਨਗੇ, ਤੀਸਰੇ ਸਾਲ ਸਿੱਖੀ ਜਾਣਗੇ। ਗੱਲ ਪਤਾ ਕੀ ਹੈ, ਗੱਲ ਸਾਰੀ ਵਸਾਇਲ ਲੋਕਾਂ ਦੀ। ਠੀਕ ਹੈ, ਛੱਤਾਂ ਦੀ ਨਹੀਂ ਜਿਹੜੇ ਵੀ ਉੜਦੇ ਨੇ ਉਹ ਤਗੜੀਆਂ ਹੀ ਛੱਤਾਂ ਨੇ। ਜੇ ਇਹ ਬਾਰ-ਬਾਰ ਹੋਣ ਨਾ ਕੋਈ ਛੱਤਾਂ, ਜਿਵੇਂ ਹੁਣ ਇਹ ਪਰਾਂ ਬੈਠੇ ਨੇ, ਕੋਈ ਵਾਗੇ ਤੇ ਬੈਠਾ ਹੈ, ਕੋਈ ਇੱਧਰ ਏਅਰਪੋਰਟ ਕੋ ਬੈਠਾ ਹੈ, ਕੋਈ ਰਾਵੀ ਤੇ ਬੈਠਾ, ਉਡਾ ਸਕਦੇ ਅਗਰ ਉਡਾਣਾ ਚਾਹਣ ਤੇ। ਆਹੋ ਅਗਰ ਮੈਂ ਕੱਲ ਨੂੰ ਕੋਈ ਮੈਨੂੰ ਇੱਥੇ ਕੋਈ ਤਗੜੀ ਛੱਤ ਲੱਭ ਜਾਂਦੀ ਹੈ, ਮੈਂ ਬਣਾ ਲੈਂਦਾ, ਮੈਂ ਤੇ ਉਡਾਵਾਂਗਾ, ਮੈਂ ਤੇ ਦਰੇਕ ਕਰਾਂਗਾ। ਪੋਲੂਸ਼ਨ ਬੜੀ ਜੇ ਵੇਖ ਲੈਣਾ ਯਾਰ ਪੈ ਹੋਵੇ ਹੁਣ ਕੀ ਸ਼ੌਕ ਵੀ ਤਾਂ ਕਰਨਾ ਹੀ ਹੈ ਨਾ, ਕੀ ਹੋਏਗਾ। ਸਾਡਾ ਤੇ ਸਾਰਾ ਫੈਕਟਰੀ ਏਰੀਆ ਹੈ, ਜਿੰਨੀਆਂ ਮਿੱਲਾਂ ਨੇ ਪਰਲੇ ਪਾਸੇ ਜੀਟੀ ਰੋਡ ਤੋਂ ਪਾਸ ਸਭ ਮਿੱਲਾਂ ਨੇ। ਨਾ ਪਹਿਲਾਂ ਸੌਰਿਆਂ ਤੋਂ ਪਹਿਲਾਂ ਸਾਰਾ ਆ ਬੰਨ ਤੱਕ ਤੋੜੋ, ਮੁੱਲਾ ਤਾਰਾ ਮਿੱਲਾਂ ਹੀ ਸਾਰੀਆਂ ਫੈਕਟਰੀਆਂ ਹੀ ਨੇ। ਹਾਂਜੀ ਇਹ ਵਾਗੇ ਵਾਲ ਬੜਾ ਸੋਹਣਾ ਮਾਹੌਲ ਹੈਗਾ। ਹਾਂ BRB ਹੈ ਨਾ, BRB ਆਉਂਦੀ ਉਹ ਕਸ਼ਮੀਰ ਤੋਂ, ਉਹ ਸਾਰਾ ਵਗਦਾ ਵੇ। ਉਸ ਤੋਂ ਬਾਹਰ ਬੜਾ ਸੋਹਣਾ ਮਾਹੌਲ ਹੈ, ਇੱਧਰ ਵਾਲੇ ਪਾਸੇ ਬੜਾ ਸੋਹਣਾ ਮਾਹੌਲ ਹੈ। ਉਧਰ ਫੈਕਟਰੀ ਪੋਲੂਸ਼ਨ ਨਹੀਂ ਨਾ। ਹਾਂ ਉਧਰ ਬਣਾਉਣ ਵੀ ਨਹੀਂ ਦਿੰਦੇ, ਹਵਾ ਦਾ ਰੁਖ ਹਮੇਸ਼ਾ ਇਸ ਪਾਸੇ ਨੂੰ ਹੁੰਦਾ ਸ਼ਮਾਲ ਵੱਲ। ਹਾਂ ਤੇ ਇਸ ਵਜ੍ਹਾ ਤੋਂ ਇਹ ਇਲਾਕਿਆਂ ਦੇ ਜ਼ਿਆਦਾ ਮੁਤਾਸਰ ਹੁੰਦੇ ਨੇ। ਹੋਰ ਕੋਈ ਤਗੜਾ ਜਿਹਾ ਸਵਾਲ ਪੁੱਛੋ ਸਰ। ਮੇਰੇ ਹਿਸਾਬ ਨਾਲ ਤੇ ਬਹੁਤ ਕੁਝ ਅਸੀਂ ਕਵਰ ਕਰ ਲਿੱਤਾ। ਸਹੀ
ਕਬੂਤਰ ਨੂੰ ਅਸੀਂ ਜੋੜੇ ਵੀ, ਮੋਤਦਿਲ ਵੀ, ਗਰਮ ਵੀ, ਠੰਡਾ ਪਾਣੀ ਕੋਈ ਦੱਸੋ ਯਾਰ। ਸਾਰਿਆਂ ਤੋਂ ਚੰਗਾ, ਸਭ ਤੋਂ ਚੰਗੀ ਜੇ ਕੋਈ ਠੰਡੀ ਚੀਜ਼ ਹੈ ਨਾ ਮੇਰੀ ਕਾਗਜ਼ਾਂ 'ਚ ਕਬੂਤਰਬਾਜੀ, ਉਹ ਸਰਦ ਚੀਨੀ ਹੈ। ਉਹ ਦ੍ਰਿਸ਼ਕ ਨਹੀਂ ਦ੍ਰਿਸ਼ਕ ਤੇ ਡਜ਼ੇ ਡੁਜ਼ੇ ਵਾਸਤੇ ਆ, ਠੀਕ ਹੈ। ਲੰਮੀਆਂ ਬਾਜ਼ੀਆਂ ਜੇਠ ਵਾਸਤੇ ਸਰਦ ਚੀਨੀ ਤੋਂ ਚੰਗੀ ਕੋਈ ਚੀਜ਼ ਨਹੀਂ। ਸਰਦ ਚੀਨੀ, ਸਰਦ ਚੀਨੀ ਜਿਵੇਂ ਦੀ ਕਾਲੀ ਮਿਰਚ ਹੁੰਦੀ ਹੈ, ਐਡੀ ਹੁੰਦੀ, ਇਸ ਤੋਂ ਥੋੜੀ ਜਿਹੀ ਵੱਡੀ, ਪਿੱਛੇ ਡੰਡੀ ਜੀ ਲੱਗੀ ਹੁੰਦੀ। ਤੈਨੂੰ ਇਸਤੇਮਾਲ ਕਿਵੇਂ ਕਰਨਾ, ਮਿਕਦਾਰ ਕਿੰਨੀ ਕਰਨੀ? ਇੰਨੀ ਕਿ ਜਿੰਨੀ ਭਿਉਂ ਦਿਓ ਰਾਤੀ, ਆਪਣੇ ਕਬੂਤਰਾਂ ਦੇ ਹਿਸਾਬ ਨਾਲ। ਜਿਹੜੇ ਕਬੂਤਰ ਜ਼ਿਆਦਾ ਮੂੰਹ ਜ਼ੋਰ ਨੇ ਉਨੀ ਮਿਕਦਾਰ ਵੱਧ ਭਿਉਂ ਦਿਓ। ਸਵੇਰ ਉਹਨਾਂ ਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਉਹ ਹੀ ਦਿਓ। 2 ਦਿਨ ਪਿਓ, ਕਬੂਤਰ ਤੁਹਾਡੇ ਸਾਰੇ ਕੈਂਡੇ 'ਚ ਆ ਜਾਣਗੇ। ਧੁੱਪ ਵਿੱਚ ਵੀ ਖਲੋਣਗੇ ਤੇ ਬਹਿਣਗੇ ਵੀ ਲੱਤਾਂ ਭਾਰ ਐ, ਇੰਜ ਆ ਕੇ ਮੂੰਹ ਵੀ ਨਹੀਂ ਖੋਲਣਗੇ ਤੇ ਲੰਮੇ ਵੀ ਨਹੀਂ ਪੈਣਗੇ। ਯਾਰ ਕੋਈ ਨੁਸਖਾ ਦੋ ਦੇਸੀ ਤੇ ਵਲੈਤੀ ਮਿਕਸ ਕਰਕੇ। ਯਾਰ ਦੇਸੀ ਬਲੈਤੀ ਤਾਂ ਸਾਰਿਆਂ ਤੋਂ ਚੰਗਾ। ਇੱਕ ਮੋਟੀਵਾਲ ਲਵੋ, 2 ਡੈਲਟਾ ਕਾਰਡ, ਅੱਧੀ ਮੈਥੀਕੋਵਾਲ, ਇੰਨਾ ਹੀ ਵਿੱਚ ਗਲੂਕੋਜ਼ ਪਾ ਲਵੋ। ਗਲੂਕੋਜ਼ 20 cc ਪਾਣੀ ਦਿਓ, 2-2 4-4 ਘੰਟੇ ਆਰਾਮ ਨਾਲ ਕਬੂਤਰ ਵੱਜ ਜਾਂਦਾ। 2-2 1-1 cc ਲਾ ਲਓ, 1.5 cc। ਅੱਛਾ, ਅਸੀਂ ਵੇਖਿਆ ਲੋਕਾਂ ਨੂੰ ਗਲੂਕੋਜ਼ ਇਸਤੇਮਾਲ ਕਰਦੇ, ਹਾਂ। ORS ਇਸਤੇਮਾਲ ਕਰਦੇ, ਆਹ ਇਹਨਾਂ ਦਾ ਕੰਬੀਨੇਸ਼ਨ ਵੀ ਬਣਾ ਕੇ ਇਸਤੇਮਾਲ ਕਰਦੇ ਨੇ। ਇਹਨਾਂ ਦੀ ਕੀ ਅਹਿਮੀਅਤ ਔਰ ਇਹਨਾਂ ਯਾਰ ਦਾ ਮੈਂ ਐਗਜ਼ੈਕਟ? ਸਾਰਾ ਕੁਝ ਵਰਤਿਆ, ਗਲੂਕੋਜ਼ ਵਰਤਿਆ, ਰੀਕੈਪ ਫਾਸਟ ਵਰਤਿਆ, ਠੀਕ ਹੈ। ਉਸ ਤੋਂ ਇਲਾਵਾ ਹੋਰ ਵੀ ਹੈ ਜਿੰਨੀਆਂ, ਰਿਕਵਰੀ ਕੈਪਸੂਲ ਵਰਤੇ। ਇਹ ਜ਼ਿਆਦਾ ਠੰਡੀਆਂ ਚੀਜ਼ਾਂ ਨੇ, ਠੀਕ ਹੈ। ਇਹਨਾਂ ਦੀ ਮਿਕਦਾਰ ਜਿਹੜੀ ਹੈ ਨਾ, ਉਹ ਅਹਿਮੀਅਤ। ਹੁਣ ਜਿਹੜਾ ਰਿਕਵਰੀ ਕੈਪਸੂਲ ਹੈ ਨਾ, ਉਹ ਇੱਕ ਕੈਪਸੂਲ 1 ਗਲਾਸ ਪਾਣੀ 'ਚ, ਉਹ ਗਲਾਸ ਪਾਣੀ ਭਾਵੇਂ ਤੁਹਾਡੇ 50 ਕਬੂਤਰਾਂ ਨੂੰ ਆ ਜਾਵੇ, ਠੀਕ ਹੈ। ਉਹਨੇ ਆਪਣਾ ਰਿਕਵਰੀ ਪੂਰੀ ਕਰਨੀ। ਜੇ ਤੁਸੀਂ ਇੱਕ ਕੈਪਸੂਲ ਇੱਕ ਕਬੂਤਰ ਨੂੰ ਦੋਗੇ, ਇੱਕ ਦਿਨ ਦੇਖੋ, ਦੂਜੇ ਦਿਨ ਤੀਜੇ ਦਿਨ ਉਹ ਕਬੂਤਰ ਤੁਹਾਡਾ ਜਾਲ ਨਹੀਂ ਛੱਡੇਗਾ। ਐਨਜੀ ਰੀਕੈਪ ਫਾਸਟ, ਐਨਜੀ ਦੂਜੀ ਇਹਨੇ ਗਲੂਕੋਜ਼ ਨੇ। ਇਹਨਾਂ ਦੀ ਮਿਕਦਾਰਾਂ ਵੀ ਸਮਝਣਾ ਬੜੀ ਫਨਕਾਰ ਮਿਕਦਾਰ ਹੀ ਤੇ ਅਸਲ ਕਮਾਲ ਹੈ, ਪਤਾ ਸਾਰੀ ਦੁਨੀਆ ਨੂੰ ਹੀ ਹੈ। ਅੱਛਾ, ਤੁਹਾਡਾ ਹੁਣ ਪਲਾਨ ਪਾਰਟੀ ਨੂੰ ਲੈ ਕੇ ਲਾਹੌਰ ਨਹੀਂ ਹੈਗਾ ਕੋਈ? ਯਾਰ ਲਾਹੌਰ ਨੂੰ ਵੀ ਹੈਗਾ, ਮੇਰਾ ਅਸਲ ਪੰਜਾਬ ਵਾਲੇ ਪਾਸੇ ਧਿਆਨ ਹੈ, ਠੀਕ ਹੈ। ਪੰਜਾਬ ਵਾਲੇ ਪਾਸੇ ਇਨਸ਼ਾਅੱਲਾ ਮੇਰੀਆਂ ਛੱਤਾਂ ਹੋਰ ਵੀ ਆ ਰਹੀਆਂ, ਅਗਲੇ ਸੀਜ਼ਨ 1-2 ਛੱਤਾਂ ਹੋਰ ਵੀ ਹੋਣਗੀਆਂ। ਤੇ ਸ਼ੌਕ ਪੰਜਾਬ ਦਾ ਹੀ ਮਜ਼ਾ ਹੈ, ਕੱਪ ਛੱਪ ਵੀ ਤੇ ਬਾਜ਼ੀਆਂ ਉਡਾਉਣ ਦਾ ਵੀ। ਜਿਹੜਾ ਨਾ ਅੱਗੋਂ ਹਾਰ ਜਿੱਤ ਵਾਧੇ ਘਾਟੇ ਮੌਸਮਾਂ ਦੇ ਤੇ ਨਸੀਬਾਂ ਦੀ ਗੱਲ ਹੈ ਨਾ, ਲੇਕਿਨ ਸ਼ੁਗਲ ਜਿਹੜਾ ਨਾ ਮਜ਼ਾ ਪੰਜਾਬ 'ਚ ਹੀ। ਅੱਛਾ, ਇੰਸਪਾਇਰਿੰਗ ਪਰਸਨੈਲਿਟੀ ਫਿਲਹਾਲ ਤੁਹਾਡੀ ਕਿਹੜੀ ਚੱਲਦੀ ਪਈ ਹੈ? ਯਾਰ ਮੈਂ ਇਸ ਸ਼ਖਸ ਤੋਂ ਜਾਂ ਇਸ ਪਲੇਅਰ ਤੋਂ ਬੜਾ ਇੰਸਪਾਇਰ ਹਾਂ। ਆਪਣੇ ਵਾਲਦ ਸਾਹਿਬ ਤੋਂ ਬਾਅਦ ਮੇਰੇ ਉਸਤਾਦ ਵੀ ਸਨ। 2-3 ਬੰਦੇ ਨੇ ਜਿਨ੍ਹਾਂ ਨੂੰ ਦੀ ਗੱਲਾਂ ਸੁਣ ਕੇ ਮੈਨੂੰ ਮਜ਼ਾ ਆਉਂਦਾ ਹੈ। ਕਮਰ ਜ਼ਮਾਨ ਖਾਨ, ਦਲੇਰ ਖਿਡਾਰੀ, ਗੱਲਾਂ ਕਰਦਾ ਦੁਨੀਆ 20 ਲੱਖ ਮੁਖਾਲਫ ਹੋਵੇ, ਲੇਕਿਨ ਬੰਦਾ ਦਲੇਰ ਹੈ। ਗੱਲ ਕਰਦਾ 16 ਨਹੀਂ ਕਰਦਾ, ਠੀਕ ਹੈ। ਅਕਮਲ ਖਾਨ ਦੇ ਬਕੋਲ ਹੋਈ ਬੰਦਾ, ਠੀਕ ਹੈ। ਨੰਬਰ 2 ਉਸਤਾਦ ਜਾਜ਼ ਬੂਰੇ ਵਾਲਾ, ਉਹ ਹਾਂ ਸ਼ੇਖ ਸਲੈਨ ਸਾਹਿਬ ਦੇ ਉਸਤਾਦ ਨੇ। ਹਾਂ। ਮੈਂ ਉਹਨਾਂ ਦੇ ਅਕਸਰ ਇੰਟਰਵਿਊ ਸੁਣਨਾ ਵਾ। ਬੰਦਾ ਹਾਜ਼ਰ ਦਿਮਾਗ, ਗੱਲ ਵੀ ਖਰੀ ਕਰਦਾ ਤੇ ਗੱਲ ਵੀ ਸਹੀ ਕਰਦਾ, ਇੱਕ ਨੰਬਰ। ਜੇ ਕੋਈ ਪੁਰਾਣੀ ਕਬੂਤਰਬਾਜ਼ੀ ਨੂੰ ਹਾਈਏ ਵੀ ਕੋਈ ਮੈਂ ਵੇਖਿਆ ਨਾ ਅੱਜ ਕੱਲ੍ਹ ਦੇ ਉਸਤਾਦਾਂ ਜਾਣਦਾ, ਤੇ ਉਹ ਬੰਦਾ ਸਹੀ ਕਹਿ ਬਹੁਤ ਅੱਛਾ ਉਸਤਾਦ ਮੇਰਾ। ਯਾਨੀ ਕਿ ਮੈਂ ਆਪਣੇ ਵਾਲਦ ਸਾਹਿਬ ਤੋਂ ਬਾਅਦ ਹਾਜ਼ਰ ਦਿਮਾਗ ਜੇ ਬੰਦਾ ਕਿਸੇ ਨੂੰ ਵੇਖਿਆ ਤੇ ਮੈਂ ਉਸ ਬੰਦੇ ਨੂੰ ਵੇਖਿਆ। ਉਹੀ ਤੇ ਚੰਗੇ ਤੇ ਬੜੇ ਨੇ। ਮੁੱਲਾ ਤਾਰਾਂ ਵਾਲਾ ਵੀ ਬੜਾ ਚੰਗਾ ਉਸਤਾਦ ਹੈ, ਆਪਣਾ ਨਈਮ ਭਾਈ, ਸ਼ਫੀ ਭਾਈ, ਨਈਮ ਸ਼ਫੀ ਸਾਹਿਬ ਬੜੇ ਅੱਛੇ ਮਹਿਮਾਨ ਨਵਾਜ਼। ਕਿਆ ਬਾਤ। 2 ਦਫਾ ਮੁਲਕ ਹੋਈ, ਜੀਦਾਰ ਬੰਦੇ ਬੜੇ ਵੱਡੇ ਜੀ। ਇੰਜ ਹੋਰ ਬੜੇ ਨੇ, ਨਾ ਕਿੰਨੇ ਕਦੇ ਲਵਾਂ। ਸਹੀ ਗੱਲ ਹੈ। ਸਾਡੇ ਚੇਅਰਮੈਨ ਸਾਹਿਬ ਸਾਰੇ ਮਾਸ਼ਾਅੱਲਾ ਬੜੇ ਬਹੁਤ ਅੱਛੇ ਬੰਦੇ ਨੇ। ਜਿਹੜੇ ਸ਼ੌਕ ਕਰਵਾਉਂਦੇ ਨੇ, ਉਹ ਸ਼ੌਕ ਕਰਵਾਉਣਾ ਕਿਹੜਾ ਕੋਈ ਸੌਖੀ ਗੱਲ ਹੈ। ਹਾਂ, ਟਾਈਮ ਜ਼ਾਇਆ ਕਰਨਾ ਆਪਣਾ। ਯਾਰ ਸਾਡੇ ਐਤਕੀ ਬੜਾ ਕਮਾਲ ਹੋਇਆ, ਬੜੀ ਗਰਮੀ ਪਈ ਤੇ ਬੜੇ ਬੜੇ ਅੱਛੇ ਉਸਤਾਦ ਉੱਡੇ ਨੇ। ਹਾਂਜੀ, ਨਿਆਬ ਹੈਦਰ ਸਾਹਿਬ, ਬਹੁਤ ਅੱਛੇ ਮੀਆਂ ਲਾਹੌਰ ਅਹਿਮਦ ਦੇ ਵਿੱਚ ਸਾਹਿਬ, ਮੀਆਂ ਹੈਦਰ ਬੰਦੇ ਜ਼ਈਆ ਸਾਹਿਬ, ਕਬੂਤਰ ਖਾਲਦ ਵੀ ਉਹਨਾਂ ਰਬਾਨੀ ਦੇ ਸਾਹਿਬ। ਵੀਡੀਓ ਦੇਖੇ ਨੇ, ਬੜੇ ਕਬੂਤਰ ਵੀ ਚੰਗੇ ਤੇ ਮੁੰਡਾ ਵੀ ਪੜ੍ਹੇ ਲਿਖੇ ਨੇ, ਆਪਣਾ ਐਜੂਕੇਟਿਡ ਬੰਦੇ, ਸਮਝਦੇ ਨੇ ਕਬੂਤਰਬਾਜ਼ੀ ਨੂੰ। ਤੇ ਫਿਰ ਆ ਹੀ ਅੰਦਰ ਫਿਰ ਸ਼ੌਰ ਜਿਸ ਬੰਦੇ ਨੂੰ ਹੋਵੇ ਤੇ ਉਹ ਕਰ ਹੀ ਲੈਂਦਾ। ਰਾਣਾ ਕੋਕੂ ਸਾਹਿਬ ਕਿਆ ਕਹਿੰਦੇ ਉਹਨਾਂ ਦੇ ਵੀ, ਚੋਈ ਸਖੀ ਸਾਹਿਬ, ਚੰਗੇ ਨੇ ਸਾਰੇ। ਰਾਣਾ ਨੀ ਸਾਹਿਬ, ਬਹੁਤ ਅੱਛੇ ਬੜੇ ਬੜੇ ਅੱਛੇ ਉਸਤਾਦ ਨੇ ਜੀ, ਬੜੇ ਬੜੇ ਅੱਛੇ ਉਸਤਾਦ। ਹਾਂ, ਮੇਰੇ ਆਪਣੇ ਦੋਸਤ ਉਸਮਾਨ ਭੱਟ ਸਾਹਿਬ ਬੜੇ ਨੁਸਖਾ ਸ਼ੇਅਰ ਕਰਦੇ ਰਹਿੰਦੇ। ਕਰਨੇ ਚਾਹੀਦੇ ਨੇ ਯਾਰਾ, ਕਿਹੜੇ ਨਾਲ ਲੈ ਕੇ ਜਾਂਦੇ ਨੇ। ਮੈਂ ਤੁਹਾਨੂੰ ਦੱਸਣ ਦਿਆਂ, ਮੈਂ ਮੁਖਾਲਫਾਂ ਨੂੰ ਵੀ ਜਿਹੜਾ ਆ ਜਾਵੇ ਉਹਨੂੰ ਵੀ ਦੱਸ ਦੂੰ। ਮੇਰਾ ਯਾਰ ਤਾਰਕ ਗੁਜਰ, ਹਾਂ ਬੜੇ ਨੁਸਖੇ ਸ਼ੇਅਰ ਅੱਛੇ ਇਨਸਾਨ ਨੇ। ਹਾਂ ਖੁੱਲੇ ਦਿਲ ਦਾ ਆਦਮੀ, ਜ਼ਰਾ ਡੀਲ ਡੋਲ ਦਾ ਹੈਗਾ, ਜੀ ਹਾਂ, ਪੰਜਾਬੀ ਲਹਿਜਾ ਹੈਗਾ। ਬਿਲਕੁਲ। ਬੜੇ ਬੜੇ ਲੈਜੈਂਡ ਹੋਏ ਨੇ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸ਼ੋਹਰਤ
ਜਿਹੜੀ ਹੈ ਨਾ ਉਹ ਪੈਸੇ ਨਾਲ ਨਹੀਂ ਹੁੰਦੀ ਹਾਂ ਤੇ ਜਾਂ ਇਹ ਨਾਂ ਨਾਲ ਨਹੀਂ। ਬੰਦਾ ਉਹੀ ਚੰਗਾ ਹੈ ਜਿਹਦਾ ਈਮਾਨ ਮਜ਼ਬੂਤ ਹੈ ਤੇ ਜਿਹੜਾ ਮੁਖਲਸ ਹੈ ਆਪਣੇ ਸ਼ਾਗਿਰਦਾਂ ਨਾਲ, ਆਪਣੇ ਉਹਨਾਂ ਨਾਲ। ਅਗਲੇ ਜਹਾਨ ਵੀ ਉਸੇ ਦੀ ਪੁੱਛ ਹੋਣੀ ਹੈ ਤੇ ਉਸੇ ਦੀ ਸ਼ੋਹਰਤ ਹੋਣੀ ਹੈ। ਇਹ ਜਿਹੜੀਆਂ ਸ਼ੋਹਰਤਾਂ ਆ ਅੱਜ ਕੱਲ ਕਿ ਮੈਂ ਇੰਨੇ ਕੱਪ ਜਿੱਤ ਲੈ, ਤੇ ਜਿਹਦਾ ਈਮਾਨ ਮਜ਼ਬੂਤ ਹੈ ਤੇ ਜਿਹੜਾ ਮੁਖਲਸ ਹੈ ਆਪਣੇ ਸ਼ਾਗਿਰਦਾਂ ਨਾਲ, ਆਪਣੇ ਉਹਨਾਂ ਨਾਲ। ਅਗਲੇ ਜਹਾਨ ਵੀ ਉਸੇ ਦੀ ਪੁੱਛ ਹੋਣੀ ਹੈ ਤੇ ਉਸੇ ਦੀ ਸ਼ੋਹਰਤ ਹੋਣੀ ਹੈ। ਇਹ ਜਿਹੜੀਆਂ ਸ਼ੋਹਰਤਾਂ ਆ ਅੱਜ ਕੱਲ ਕਿ ਮੈਂ ਇੰਨੇ ਕੱਪ ਜਿੱਤ ਲੈ ਤੇ ਮੈਂ, ਇਹ ਕੋਈ ਨਹੀਂ, ਇਹ ਕੋਈ ਅਹਿਮੀਅਤ ਨਹੀਂ ਰੱਖਦੀ। ਬੰਦਾ ਜਿਹੜਾ ਇਮਾਨਦਾਰ ਹੋਣਾ ਚਾਹੀਦਾ, ਬੰਦਾ ਹੱਕ ਨਾ ਖਾਵੇ ਤੇ ਆਪਣਾ ਜਿਹੜਾ ਉਹਨਾਂ ਦਾ ਬੰਦਾ ਉਹਨਾਂ ਨੂੰ ਦੱਸੇ। ਸਾਡੇ ਦੋਸਤ ਨੇ ਉਸਤਾਦ ਮਨਜੀਤ ਸਿੰਘ ਔਜਲਾ ਸਾਹਿਬ ਅਮਰੀਕਾ ਤੋਂ, ਅੱਛਾ, ਉਹ ਸਾਡੇ ਵੀਡੀਓਜ਼ ਬੜੇ ਲਾਈਕ ਕਰਦੇ ਨੇ, ਬੜੇ ਸ਼ੌਕ ਨਾਲ ਵੇਖਦੇ ਨੇ। ਸਾਡੇ ਪੇਟੀ ਭਰਾ ਸਰਦਾਰ ਨੇ, ਸਰਦਾਰ ਨੇ ਲੋ ਜੀ ਸਰਦਾਰਾਂ ਦਾ ਮੈਨੂੰ ਉਂਝ ਹੀ ਬੜਾ ਪਿਆਰ, ਮੇਰੇ ਆਪਣੇ ਜਿੰਨੇ ਹੈ ਨੇ। ਹਾਂਜੀ ਕਮਾਲ ਬੰਦੇ ਹੈਗੇ ਨੇ। ਉਹਨਾਂ ਨੂੰ ਫਿਰ ਫਨ ਵੀ ਕਬੂਤਰਬਾਜ਼ੀ ਦਾ, ਆਮ ਬੰਦੇ ਨਹੀਂ ਨੇ। ਯਾਰ ਇੱਕ ਤਾਂ ਹੁੰਦਾ ਨਾ ਸ਼ੌਕੀਨ, ਲੇਕਿਨ ਉਹਨਾਂ ਨੂੰ ਪੂਰੀ ਕਮਾਂਡ ਹਾਸਲ ਹੈ। ਕਾਸ਼ੀ ਸਾਹਿਬ ਇੱਕ ਮਿੰਟ ਵੀ ਲੈਣਾ ਛੱਡੋ, ਅਖਲਾਕ ਮੁਹੱਬਤ ਅਖਲਾਕ ਬੜਾ ਵੱਡਾ ਦੇਖੋ ਜੀ, ਉਹ ਜਦੋਂ ਇੱਥੇ ਆਉਂਦੇ ਨੇ, ਸਾਡੇ ਲਾਹੌਰ ਆਉਂਦੇ ਨੇ ਜਾਂ ਨਨਕਾਣਾ ਸਾਹਿਬ ਆਉਂਦੇ, ਅਸੀਂ ਉਹਨਾਂ ਨੂੰ ਇੰਝ ਭਰਾਵਾਂ ਵਾਂਗੂ ਹੱਥਾਂ ਤੇ ਚੁੱਕਨੇ ਆ ਵੀ ਨਾ। ਤੇ ਇੰਝ ਵੀ ਬੜੇ ਜੀਦ ਹੋ। ਮੇਰਾ ਜਿਹੜਾ ਸ਼ਾਗਿਰਦ ਵਡਾਈ ਸਿੰਘ ਹੋ ਗਿਆ, ਮਲਕੀਤ ਹੋ ਗਿਆ, ਮਨਪ੍ਰੀਤ ਹੋ ਗਿਆ, ਇਹਨਾਂ ਨੂੰ, ਇਹ ਇੰਨੇ ਦਲੇਰ ਬੰਦੇ ਨੇ। ਕਦੀ ਕੋਈ ਚੀਜ਼ ਹੋਵੇ ਨਾ ਤੇ ਇਹਨਾਂ ਨੂੰ ਬੰਦਾ ਇੱਕ ਦਫਾ ਕਹਿ ਦੇਣਾ ਯਾਰਾ ਫਲਾਣੇ ਚੀਜ਼। ਹੁਣ ਮੈਨੂੰ ਇੱਥੋਂ ਕੋਈ ਸਟੋਰੀ ਇੱਕ ਨੰਬਰ ਨਹੀਂ ਸੀ ਲੱਭਦੀ, ਫਿਰ ਤੁਸੀਂ ਇੰਡੀਆ ਤੋਂ ਮੰਗਾਈ? ਦੁਬਈ ਤੋਂ ਸਾਊਦੀਆ ਮੈਂ ਮੱਕੇ ਉਮਰਾ ਕਰਨ ਗਿਆ ਤੇ ਮੈਂ ਉੱਥੇ ਵੀ ਲੱਭਦਾ ਰਿਹਾ ਕਸਤੂਰੀ। ਬਾਜ਼ਾਰ ਵੇਖਾਂ, ਮੈਂ ਕਿਹਾ ਸੁਣਿਆ ਹੈ ਕਿ ਇੱਥੇ ਜਿਹੜੇ ਨੇ 2 ਨੰਬਰ ਚੀਜ਼ਾਂ ਨਹੀਂ ਹੁੰਦੀਆਂ। ਤੇ ਮੈਂ ਉੱਥੇ ਵੇਖਿਆ ਤੇ ਮੋਤੀਆਂ ਵੀ ਚਾਈਨਾ ਦੇ ਲਰੀਆਂ ਲਮਕਣ ਪਈਆਂ ਤੇ ਬੱਕਰੀ ਦੇ ਨਾਫੇ ਵੀ ਉਹਨਾਂ ਨੇ 50 ਰਿਆਲ ਦੇ, ਯਾਨੀ ਕਿ ਪਾਕਿਸਤਾਨੀ 2 4 ਹਜ਼ਾਰ ਦੇ। ਮੈਂ ਕਿਹਾ ਯਾਰ ਇਹ ਤੇ 2 ਨੰਬਰ ਹੈ, ਹਾਂ ਇੱਥੇ ਵੀ ਇਹ ਚੀਜ਼ 2 ਨੰਬਰ। ਕੋਰੀਆ ਹੋ ਗਿਆ, ਇੰਡੀਆ ਹੋ ਗਿਆ, ਇਹਨਾਂ ਇਲਾਕਿਆਂ 'ਚ ਹਜੇ ਵੀ ਚੀਜ਼ਾਂ ਚੰਗੀਆਂ ਨੇ। ਯਾਰ ਇੰਡੀਆ ਦੀ ਦਵਾਲ ਮਿਸਕ ਨਹੀਂ ਮਾਨ, ਜਵਾਰ ਮੋਰੇ ਨਹੀਂ ਮਾਨ। ਮੈਂ ਕਹਿੰਦਾ ਦੇਸੀ ਨੁਕਸਾ ਜਿੰਨਾ ਵੀ ਜਿੰਨਾ ਇੰਡੀਅਨ ਬੜਾ ਵੱਧ। ਦੇਖੋ ਜੀ, ਸਾਡੇ ਜਿਹੜੇ ਵੀ ਨਾ, ਉਹ ਗੱਲ ਸੁਣੋ, ਸਾਡੇ ਜਿਹੜੇ ਨੇ ਨਾ ਹਮਦਰਦ, ਕਰਚੀ, ਅਜਮਲ ਇਹ ਪੂਰੀਆਂ ਚੀਜ਼ਾਂ ਪਾਉਂਦੇ ਨੇ। ਲਿਖੀਆਂ ਉੱਤੇ 50 ਹੁੰਦੀਆਂ ਨੇ, ਵਿੱਚ ਨਾ ਕੋਈ ਵਰਗ ਨਜ਼ਰ ਆਉਂਦਾ ਹੈ ਤੇ ਨਾ ਕੋਈ ਚੀਜ਼ ਨਜ਼ਰ ਆਉਂਦੀ ਹੈ। ਉਹਨਾਂ ਇਲਾਕਿਆਂ 'ਚ ਮੈਡੀਸਨ ਦੇ ਉੱਤੇ ਹਜੇ ਵੀ ਪਾਬੰਦੀ ਹੈ, ਬੜਾ ਐਕਸ਼ਨ ਹੁੰਦਾ। ਉਹ ਹਰਬਲ ਚੀਜ਼ਾਂ ਬੜੀਆਂ ਇਸਤੇਮਾਲ ਹਾਂ, ਕਰਦੇ, ਬਹੁਤ ਇਸਤੇਮਾਲ। ਇੱਕ ਨੰਬਰ ਇਹ ਉਹਨਾਂ ਨੂੰ ਕ੍ਰੈਡਿਟ ਹੈ। ਹਾਂ, ਉਸਤਾਦ ਜੀ ਬੜੀ ਸ਼ੁਕਰਗੁਜ਼ਾਰੀ ਤੁਹਾਡੀ, ਬੜੀ ਮਿਹਰਬਾਨੀ, ਤੁਸੀਂ ਇਨਵਾਈਟ ਮੈਨੂੰ ਕੀਤਾ, ਮੈਨੂੰ ਬੜਾ ਅੱਛਾ ਲੱਗਾ। ਐਸੇ ਔਰ ਵਾਕਈ ਮੈਂ ਤੁਹਾਨੂੰ ਮੰਨ ਗਿਆ ਕਿ ਤੁਸੀਂ ਕਾਰੀਗਰ ਉਸਤਾਦ ਹੋ। ਬਹੁਤ ਜੀਆਂ ਦੁਆਵਾਂ ਯਾਰ ਤੁਹਾਡੇ ਅਸੀਂ ਲਈ, ਤੇ ਜਨੂਨੀ ਆ, ਸ਼ੌਕ ਕਰਵਾਉਣ ਵਾਲੇ ਬੰਦੇ ਆ। ਤੁਹਾਡੇ ਲਈ ਬਹੁਤ ਦੁਆਵਾਂ, ਬੜੀ ਬਲੇਸਿੰਗਸ। ਥੈਂਕ ਔਰ ਅਸੀਂ ਤੁਹਾਨੂੰ ਵਿਸ਼ ਕਰਨੇ ਆ, ਮੁਬਾਰਕਾਂ ਦਿੰਦੇ ਆ। ਲਾਸਟ 'ਚ ਕੋਈ ਮਿੱਠਾ ਪੈਗਾਮ ਦੇ ਦਿਓ ਕਬੂਤਰਬਾਜ਼ ਭਰਾ। ਯਾਰ ਮਿੱਠਾ ਪੈਗਾਮ, ਇੱਕ ਰਿਕਵੈਸਟ ਹੈ ਮੇਰੀ, ਅਗਰ ਜੇ ਸਾਰੇ ਭਾਈ ਸੁਣ ਲੈਣ, ਖਾਸ ਕਰਕੇ ਕਰਾਚੀ ਦੇ ਉਸਤਾਦਾਂ ਵਾਸਤੇ। ਯਾਰ ਪੰਜਾਬ ਦੀ ਕਬੂਤਰਬਾਜ਼ੀ ਹੋਣ ਜਿਹੜੀ ਹੈ ਨਾ, ਉਹਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਐਸੀਆਂ ਮਿਲੀਆਂ ਕਿ ਕਰਾਚੀ ਤੋਂ ਪੱਟੀ ਵਾਲੇ ਕਬੂਤਰ ਬਹੁਤ ਆ ਰਹੇ ਨੇ। ਔਰ ਇਹਦਾ ਮੈਂ ਆਪ ਖੁਦ ਗਵਾਹ ਵੀ ਹਾਂ। ਅੱਲਾ ਜੰਨਤ ਨਸੀਬ ਕਰੇ, ਅਮਰ ਸ਼ਕੀਲ ਭਾਈ ਮਰਹੂਮ ਮੇਰਾ ਬੜਾ ਪਿਆਰਾ ਦੋਸਤ ਸੀ। ਮੈਂ ਉਹਦੀ ਛੱਤ ਤੇ ਗਿਆ ਤੇ ਉਹ ਵੀ ਅਕਸਰ ਕਰਾਚੀ ਕਰੂਚੀ ਜਾਂਦੇ ਸੀ ਤੇ ਮੈਂ ਦੇਖਿਆ ਤੇ 5 ਜੋੜੇ ਪੱਟੀ ਵਾਲੇ ਪੈ। ਮੈਂ ਕਿਹਾ ਯਾਰ ਤੂੰ ਇਹ ਕੀ ਕੰਮ ਹੈ, ਕਿੱਥੋਂ ਲਿਆਂਦੇ ਨੇ? ਕਹਿੰਦਾ ਉਸਤਾਦ ਮੈਂ ਮਿਕਸ ਕਰਨ ਵਾਸਤੇ ਨਹੀਂ, ਉਂਝ ਆਪਣੇ ਸ਼ੌਕ ਵਾਸਤੇ ਲਿਆਂਦੇ ਨੇ ਤੇ ਮੈਨੂੰ ਫਲਾਣੇ ਉਸਤਾਦ ਨੇ ਦਿੱਤੇ ਨੇ ਕਰਾਚੀ ਤੋਂ। ਉਹ ਅੱਜ ਇਸ ਟਾਈਮ ਟੌਪ ਲੈਵਲ ਦੇ ਉਸਤਾਦ ਨੇ ਕਰਾਚੀ ਦੇ। ਮੈਨੂੰ ਬੜਾ ਦੁੱਖ ਹੋਇਆ। फिर मैं 1-2 इंटरव्यू सुने उस्तादा ने कि हमने पंजाब में पट्टी वाले कबूतर भेजे हैं, क्रास वाले ये वो। तो यार ये रिक्वेस्ट है, तुसी बहुत मोहतरम हो, अच्छे उस्ताद हो, नाम वाले उस्ताद हो। साढ़े पंजाब वालियां दा शौक खराब हुंदा है। इत्थे पंजाब दे विच तुसी हल्फ लैके भी किसी बंदे नूं दिओगे ना कि यार तुसी उड़ाउणे नहीं कापां घर दे विच, या वो फिर भी उड़ा लेंदे ने बंदे पैसे पिछे बड़ा कुछ कर लेंदे ने। ते मेहरबानी कि कबूतर जिहड़े ने ना भेजिया करो इत्थे पट्टी वाले पंजाब वाली साइड दे उत्ते। अगर भेज भी भेज देते दिओ ना ते फिर दस्सिया भी करो, जे कदों कोई जित जावे ना और तुहानूं नज़र आ जावे कि पट्टी वाले ने डाया सी ते ओह पा के ते जित्तिया, तो फिर दस दिया करो भी, ताकि इत्थे गरीबां दा हक ना मारे जाए। जिन्हां ने मेहनत कीती हुंदी है, ये कबूतरबाजी सौखी नहीं है। ਉਹ ਮੈਂ ਆਨਾ ਵਾ ਬਾਹਰੋਂ ਕਬੂਤਰਬਾਜ਼ੀ ਕਰਨ, ਮੈਨੂੰ ਪਤਾ ਮੈਂ ਕਿਵੇਂ ਰਾਤ 3:30 ਵਜੇ ਉੱਠ ਕੇ ਜਗਰਾਤੇ ਕੱਟਣਾ ਤੇ ਫਿਰ ਰਾਤ ਜਾ ਕੇ 10-11 ਵਜੇ ਸੋਣਾ। 2-2 3-3 ਘੰਟੇ ਦੀ ਨੀਂਦ ਹੁੰਦੀ ਹੈ ਨਾ। ਤੇ ਜੇ ਕੋਈ ਆ ਕੇ ਬੰਦਾ ਬੇਹੱਕ ਲੈ ਜਾਵੇ ਐਂ ਤੇ ਫਿਰ ਦੁੱਖ ਹੁੰਦਾ ਹੈ। ਨਾ ਜਾਂ ਤੇ ਉਸਤਾਦੀ ਆਪਣੀ ਵਿਖਾਉਣ, ਆਪਣੇ ਸਹੀ ਕਬੂਤਰ ਉਡਾਉਣ ਤੇ ਫਿਰ ਤਾਂ ਠੀਕ ਹੈ,
ਸਾਜੀ ਲੇਕਿਨ ਜੋ ਐਤਕੀ ਗਰਮੀ ਪਈ ਹੈ ਪੱਟੀ ਵਾਲਾ ਨਹੀਂ ਸੀ ਉੱਠ ਸਕਦਾ। ਉਹ ਯਾਰ ਪੱਟੀ ਵਾਲਿਆਂ ਵਿੱਚ ਵੀ ਦੋ ਕਿਸਮਾਂ ਹੁੰਦੀਆਂ। ਮੈਂ ਜ਼ਿੰਦਗੀ ਦੇ ਵਿੱਚ ਇੱਕ ਬਾਜ਼ੀ ਪੱਟੀ ਵਾਲਿਆਂ ਕੋ ਪਹਿਲੀ ਬਾਜ਼ੀ ਹਰਿਆ ਪੱਟੀ ਵਾਲਿਆਂ ਕੋ। ਹੁਣ ਮੈਨੂੰ ਸੁਣੋ, ਬਹਿਰੀਨ ਦੇ ਵਿੱਚ ਟੋਬੇ ਟੇਕ ਸਿੰਘ ਦੇ ਕਮਾਂਡੋ ਵਿੱਚ ਕੰਮ ਕਰਦੇ ਸਨ। ਕਮਾਂਡੋ ਸਨ ਮੁੰਡੇ, ਅਕਰਮ ਮੁਰੀਦ ਤੇ ਟੋਬੇ ਟੇਕ ਸਿੰਘ ਦੇ ਸਨ। ਮੈਨੂੰ ਨਹੀਂ ਸੀ ਪਤਾ ਕਿ ਉਸ ਟਾਈਮ ਮੈਨੂੰ ਪਤਾ ਹੀ ਨਹੀਂ ਪੱਟੀ ਵਾਲਾ ਹੁੰਦਾ ਕੀ ਹੈ। ਅੱਛਾ ਠੀਕ ਹੈ, 2000 ਦਿਨਾਰ ਦੀ ਬਾਜ਼ੀ ਲੱਗ ਗਈ। 2000 ਦਿਨਾਰ ਇਹ ਹੁਣ ਤੁਸੀਂ ਤਕਰੀਬਨ ਤੁਹਾਡਾ 10-12 ਲੱਖ ਰੁਪਈਆ ਹੈ। ਉਸ ਟਾਈਮ ਵੀ ਚੰਗੇ ਭਲੇ ਰੁਪਈਏ ਬਣ ਜਾਂਦੇ ਸਨ। ਲਓ ਜੀ ਬਾਜ਼ੀ ਲੱਗ ਗਈ, ਉਡਾਤੇ ਉਹਨਾਂ ਨੇ, ਉਡਾਤੇ ਮੈਂ ਵੀ ਉਡਾਤੇ। ਮੇਰਾ ਆਖਰੀ 2-2.5 ਵਜੇ ਬਵੇ ਜੇਠ ਵਿੱਚ ਉਹਨਾਂ ਦਾ ਪਹਿਲਾ ਉਹ ਢਾਂਗੀ ਖੜੀ ਕਰਨ ਤੇ ਪਹਿਲਾ ਬਵੇ ਨਾਲ ਹੀ ਦੂਜਾ ਤੀਜਾ ਜੋ ਸਾਰੇ ਪੂਰੇ ਕਰ ਜਾਣ। ਮੈਂ ਕਿਹਾ ਇਹ ਕਿਹੜੀ ਨਸਲ ਹੈ। ਖੈਰ ਉਸ ਤੇ ਪਾਬੰਦੀ ਵੀ ਕੋਈ ਨਹੀਂ ਸੀ। ਉਹ ਬਾਜ਼ੀ ਮੈਂ ਪਹਿਲੀ ਹਰਿਆ। ਉਹਨਾਂ ਵਿੱਚ ਫਿਰ ਜਿਹੜਾ ਮੈਨੂੰ ਆਈਡੀਆ ਹੋਇਆ, ਫਿਰ ਬਾਅਦ ਬੈਨ ਲੱਗ ਗਿਆ, ਫਿਰ ਉੱਥੋਂ ਵੀ ਬੈਨ ਹੋ ਗਿਆ। ਉਹਨਾਂ ਦੇ ਨਾਲ ਜਦੋਂ ਫਿਰ ਮੇਰੀ ਗੱਪਸ਼ਪ ਹੋਈ, ਉਹਨਾਂ ਨੇ ਦੱਸਿਆ ਉੱਥੇ ਸੁਣਿਆ ਜਿਹੜਾ ਬੈਨ ਲੱਗਾ ਸੀ ਬੜਾ ਖਤਰਨਾਕ ਲੱਗਾ ਸੀ, ਜਿੰਦੇ ਕੋਲ ਬਰਾਮਦ ਹੁੰਦੇ ਸੀ ਦਸਤੀ ਛੁਰੀਆਂ, ਛੁਰੀ ਫੇਰ ਦਿੱਤੀ ਸੀ। ਅੱਛਾ, ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਕਿ ਸਾਡੇ ਕਬੂਤਰਾਂ 'ਚ ਦੋ ਕੁਆਲਿਟੀ ਦੇ ਕਬੂਤਰ ਹੁੰਦੇ ਨੇ। ਇੱਕ ਹੁੰਦੇ ਨੇ ਕੌੜੇ, ਇੱਕ ਹੁੰਦੇ ਨੇ ਮਿੱਠੇ। ਜਿਹੜੇ ਕੌੜੇ ਕਬੂਤਰ ਨੇ ਨਾ, ਉਹ ਬੰਦ ਵੀ ਜਾਂਦੇ ਨੇ, ਸਾਰਾ ਦਿਹਾੜੀ ਡੁੱਬ ਕੇ ਵੀ ਉੜਦੇ ਨੇ ਤੇ ਘਰ ਦੇ ਉੱਤੇ ਉੜਦੇ ਨੇ। ਜੇ ਉਹਨਾਂ ਨੂੰ ਬਾਹਰ ਲੈ ਆਈਏ ਤਾਂ ਫਿਰ ਵਾਪਸ ਘਰ ਆਈ ਜਾਂਦੇ ਨੇ। ਉਹ ਬੰਦ ਡੁੱਬ ਕੇ ਉੜਦੇ ਨੇ। ਤੇ ਜਿਹੜੇ ਕੋ ਮਿੱਠੇ ਨੇ ਉਹਨਾਂ ਨੂੰ ਜਿੱਥੇ ਮਰਜ਼ੀ ਜਾ ਕੇ ਛੱਡ ਦਿਓ, ਉੱਥੇ ਹੀ ਬਹਿਣਗੇ, ਉੱਥੇ ਢਾਂਗੀ ਦੇ ਉੱਤੇ ਲੱਗੇ ਹੁੰਦੇ ਨੇ। ਇਸ ਵਜ੍ਹਾ ਤੋਂ ਇਹਨਾਂ ਦੇ ਵਿੱਚ ਇਹ ਬਲੱਡ ਲਾਈਨ ਜਿਹੜੀ ਕੌੜੇ ਨੇ ਨਾ, ਇਹ ਜਦੋਂ ਤੁਸੀਂ ਆਪਣੇ ਹਾਈ ਫਲਾਇਰ 'ਚ ਵੀ ਕ੍ਰਾਸ ਕਰੋਗੇ, ਬੰਦ ਵੀ ਹੁੰਦੇ ਨੇ, ਘਰ ਵੀ ਬਹਿੰਦੇ ਨੇ, ਰਾਤ ਦੇ ਪੱਕੇ ਵੀ ਹੁੰਦੇ ਨੇ। ਇਹ ਵਜ੍ਹਾ ਵੇ, ਹੋਰ ਕੋਈ ਵਜ੍ਹਾ ਨਹੀਂ ਹੈ। ਕੋਈ ਪੈਗਾਮ ਦੇਣਾ ਚਾਹੋ, ਰਿਕੁਐਸਟ ਤੁਸੀਂ ਕਰ ਦਿੱਤੀ। ਸੋਹਣਾ ਸ਼ੌਕ ਕਰੋ, ਸਾਫ ਸੁਥਰਾ ਕਰੋ। ਪੋਸਟਾਂ ਪਾਸਟਾਂ ਜਿਹੜੀਆਂ ਨਾ ਖੇਡੋ। ਯਾਰ ਕਿ ਮੈਂ ਵੀ ਕਿਸੇ ਦੀ ਨਹੀਂ ਲਵਾਈ ਜਿੱਤਿਆ, ਮੈਂ ਵੀ ਬੜੇ ਬੜੇ ਨਾਮੀ ਗ੍ਰਾਮੀ ਉਸਤਾਦਾਂ ਕੋਲੋਂ ਆ। ਯਾਰ ਇਹ ਬੜਾ ਅੱਛਾ ਕੰਮ। ਲੇਕਿਨ ਮੈਂ ਉਹ ਕਹਿੰਦੇ ਨਹੀਂ ਪੋਸਟਾਂ ਲੱਗ ਕੇ ਜਿਵੇਂ ਬੰਦੇ ਦਾ ਮੱਛ ਮਾਰਿਆ ਜਾਂਦਾ ਹੈ। ਮੇਰਾ ਵੀ ਮੱਛ ਮਰ ਗਿਆ। ਮੇਰੇ ਸ਼ਾਗਿਰਦਾਂ ਨੇ ਇੰਨੀਆਂ ਕਿ ਪੋਸਟਾਂ ਲਾ ਕੇ ਹੁਣ ਪਤਾ ਨਹੀਂ ਦੁਨੀਆ ਵਹਿੰਦੀ ਕਿ ਨਹੀਂ ਵਹਿੰਦੀ। ਬੜੇ ਜਿੱਤੇ ਆ ਹਰ ਇਲਾਕੇ 'ਚ, ਹਰ ਉਸਤਾਦ ਦੇ ਸ਼ਾਗਿਰਦ ਬੈਠੇ ਨੇ। ਲੇਕਿਨ ਨਹੀਂ ਹੋਣਾ ਇੱਜ਼ਤ ਦਿੱਤਾ ਹੈ ਸ਼ਾਗਿਰਦਾਂ ਦਾ, ਬਣਦਾ ਹੈ ਹੱਕ, ਉਹਨਾਂ ਦਾ ਟਾਈਮ ਹੈ, ਉਹਨਾਂ ਨੂੰ ਜ਼ਾਹਰੀ ਸ਼ੌਕ। ਲੇਕਿਨ ਹੁਣ ਆਪਣਾ ਆ ਕੇ ਨਾ ਮੱਛ ਮਾਰ ਗਿਆ, ਹੁਣ ਨਹੀਂ ਪੋਸਟਾਂ ਦਾ ਦਿਲ ਕਰਦਾ। ਵਾਹ ਜੀ ਵਾਹ, ਬੜਾ ਮਜ਼ਾ ਆਇਆ ਇੱਕ ਵਾਰ ਫਿਰ ਤੁਹਾਡੇ ਨਾਲ ਮਿਲ ਕੇ। ਬੜੀ ਦੇਰ ਦੀ ਹਸਰਤ ਵੀ ਸੀ। ਹਾਂ ਇਨਸ਼ਾਅੱਲਾ ਅਚਾਨਕ ਹੀ ਮੈਨੂੰ ਫਿਰ ਮੁਲਾਕਾਤ ਹੋਈ ਹੈ। ਫਿਰ ਇਨਸ਼ਾਅੱਲਾ ਤੁਸੀਂ ਆਓ ਇਸਲਾਮਾਬਾਦ ਵਾਲੀ ਛੱਤ, ਇਨਸ਼ਾਅੱਲਾ ਕਿ ਹੋਏਗੀ ਮੁਲਾਕਾਤ। ਉੱਥੇ ਤੁਹਾਨੂੰ ਕਬੂਤਰਾਂ ਦਾ ਸ਼ੌਕ ਵੀ ਤੇ ਸਾਰਾ ਕੁਝ ਜਿਹੜਾ ਹੈ ਨਾ ਬਹੁਤ ਅੱਛਾ ਹੋਏਗਾ। ਲੋ ਜੀ ਦੋਸਤੋ।